पहले दिन तो इस अंदोलन ने गल की साडी दोहरी लड़ाई है, एक मोदी सरकार तो एक कारपोरेट के उस एजेंडे नाल, उस डिवेलपमेंट के मॉडल नाल। शायद सियासत इस लैवल की नहीं सी उभरी साडे देश दे विच एड्डी कदे कि जिहड़ी ये मॉडल नूं इन्ना क्लीयर कट चैलेंज करदे। पीसफुल स्ट्रगल जदी शांतमई अंदोलनां दा विरसा है बहुत वड्डा, वो छड्ड के केवल एक पड़ा जिहड़ा खड़कूबाद का हथियारबंदां दा आया सी, इहनूं ही मेन लै लेना। तो जोड़े इंडिविजुअल आदमी जिन्हों की ना कोई जथेबंदी ना किसी सिस्टम चाहे ना पहला कोई लड़ाई लड़ी, जोड़े किसान लीडर को यह कहते हैं कि थोनों अंदोलन का नहीं पता, आप जिमें पेट च ही अंदोलन सीख के आए हैं। समझ नहीं आती उन्होंने सारों कि लीडरशिप 11 बार गल हुई है, मन कोई आर्गूमेंट की कमी रही है कि गौरमेंट जित गई हो, आर्गूमेंट लोगों को बहुता दे गई हो, बंदियां तो दलील ना दी गई हो, तो दलील के पद्धर से तो गौरमेंट पिछे बैकफुट से है। उन्हें क्या सौदा कर लें 1.5 साल लिए पेंडिंग कर देंगे, बाकी दी चीज़ां जिहड़ियां सारियां हो रही ने, इसलिए वो दोबारा गल नहीं करना चाहता। गल ये जानबुझ के किसी डिजाइन के विचों एक पैदा हुई चीज़ सी जिहड़ी डीरेल करन दी, और बिना शक 26 तरीक की घटना इस अंदोलन के नुकसान का बहुत बड़ा हिस्सा है, क्योंकि पहला सारा अंदोलन एक सुर से और केंद्र सरकार दे उत्ते केंद्रित सी, ਉਹਦਾ ਪ੍ਰੈਸ਼ਰ ਦੇ ਨਾਲ ਕੀ ਸੀ, पूरी दुनिया ਦੇ ਵਿੱਚ ਇਹਦੀ ਧਾਕ ਸੀ। ਪਿਛਲੇ ਸੰਡੇ ਖੈਰ ਗੱਲ ਕੀਤੀ ਹੈ, ਪਤਾ ਨਹੀਂ ਕੀ ਕੀਤੀ, ਅਜੇ ਗੱਲ ਨਹੀਂ ਬਾਹਰ ਆਈ। ਮੋਹਨ ਭਾਗਵਤ ਨੇ ਤਿੰਨੇ ਵੱਡੇ ਲੀਡਰਾਂ ਨੂੰ ਬੁਲਾਇਆ ਸੀ, JP ਨੱਡਾ ਨੂੰ, ਮੋਦੀ ਨੂੰ ਤੇ ਅਮਿਤ ਸ਼ਾਹ ਨੂੰ, ਤੇ ਉਹਦੀ ਡਿਟੇਲ ਤਾਂ ਬਾਹਰ ਖੈਰ ਨਹੀਂ ਆਈ ਕਿਉਂਕਿ ਉਹਨਾਂ ਆਪਸੀ ਬੰਦੇ ਨੇ ਤੇ ਬਾਕੀ ਨਹੀਂ ਆਈ। ਇਟ ਮੀਨ ਅੰਦਰ ਕਿਤੇ ਨਾ ਕਿਤੇ ਬੇਚੈਨੀ ਤਾਂ ਹੈ। ਦੁਨੀਆ ਚੈਨਲ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਵਾਗਤ ਕਰਦਾ ਹਾਂ। ਦੋਸਤੋ, 3 ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ। ਪੰਜਾਬ ਦੇ ਕਿਸਾਨਾਂ ਨੇ ਭਾਰਤ ਦੇ ਹੋਰ ਵੱਖ-ਵੱਖ ਖੇਤਿਆਂ ਦੇ ਵਿੱਚੋਂ ਲੋਕਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਘੇਰੀ ਹੋਈ ਆ। ਇਸ ਸਭ ਦੇ ਦੌਰਾਨ ਸ਼ਹੀਦੀਆਂ ਵੀ ਹੁੰਦੀਆਂ ਨੇ, ਉਤਰਾਅ ਚੜਾਅ ਵੀ ਆਉਂਦੇ ਨੇ, ਤੇ ਇੱਕ ਗੱਲ ਬੜੀ ਉੱਭਰ ਕੇ ਆਉਂਦੀ ਆ ਕਿ 26 ਆਪਣਾ ਬੜਾ ਮਹੱਤਵ ਰੱਖਦੀ ਆ। ਕਿਸਾਨਾਂ ਤੇ 26 ਦੇ ਪਰਚੇ ਵੀ ਪੈਂਦੇ ਨੇ। 26 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਨੂੰ ਵਹੀਰਾਂ ਵੀ ਕੱਤਦੇ ਨੇ। 26 ਜਨਵਰੀ ਨੂੰ ਟਰੈਕਟਰ ਪਰੇਡ ਵੀ ਹੁੰਦੀ ਆ, ਤੇ ਅੱਜ 26 ਮਈ ਨੂੰ 6 ਮਹੀਨੇ ਪੂਰੇ ਹੋ ਗਏ ਨੇ। ਸੋ ਇਹ ਸਾਰੇ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਸਭ ਦਾ ਵੱਖਰਾ ਵੱਖਰਾ ਰੋਲ ਰਿਹਾ। ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਨਾਲ, ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਪੜ੍ਹਦੇ ਰਹਿੰਦੇ ਹੋ, ਇਹਨਾਂ ਦੇ ਲੇਖ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕਿਸਾਨ ਅੰਦੋਲਨ ਨੂੰ 6 ਮਹੀਨੇ ਹੋ ਗਏ ਨੇ, ਤੇ ਮੋਰਚੇ ਦੇ ਉੱਤੇ ਨਿਰੰਤਰ ਲੋਕ ਡਟੇ ਵੀ ਹੋਏ ਨੇ। ਲੋਕ ਜਿਹੜੇ ਉੱਥੇ ਅਰਦਾਸ ਵੀ ਕਰਦੇ ਨੇ, ਰਹਿਰਾਸ ਸਾਹਿਬ ਦਾ ਪਾਠ ਵੀ ਹੁੰਦਾ ਏ, ਪੰਜਾਂ ਬਾਣੀਆਂ ਦਾ ਪਾਠ ਵੀ ਹੁੰਦਾ। ਇਹਦੇ ਨਾਲ ਨਾਲ ਜਿਹੜੇ ਕਮਿਊਨਿਸਟ ਸੋਚ ਦੇ ਬੰਦੇ ਨੇ ਉਹ ਵੀ ਉੱਥੇ ਬੈਠੇ ਨੇ, ਪਰ ਕਦੇ ਲੈਨਨ ਦਾ, ਮਾਰਕਸ ਦਾ ਜਾਂ ਮਾਓ ਦਾ ਕੋਈ ਦਿਨ ਨਹੀਂ ਮਨਾਇਆ ਗਿਆ। ਪਰ ਫਿਰ ਵੀ ਇੱਕ ਗੱਲ ਆ ਰਹੀ ਆ, ਸਿੱਖ ਵਰਸਸ ਕਾਮਰੇਡ। ਇਹ ਕੌਣ ਲੋਕ ਨੇ ਜਿਹੜੇ ਸਿੱਖ ਵਰਸਸ ਕਾਮਰੇਡ ਬਣਾ ਰਹੇ ਨੇ? ਕੀ ਕਾਰਨ ਇਹਦਾ ਜੀ? ਅਸਲ ਦੇ ਵਿੱਚ ਇਸ ਮੋਰਚੇ ਦਾ ਜਿਹੜਾ ਸਭ ਤੋਂ ਬੜਾ ਪਲੱਸ ਪੁਆਇੰਟ ਸੀਗਾ, ਜਦ ਹੈ ਵੀ ਹੈ ਹੁਣ ਤੱਕ ਵੀ ਜਿਹੜਾ ਚੱਲ ਰਿਹਾ, ਉਹ 2-4 ਮੋਟੀਆਂ ਗੱਲਾਂ। ਨੰਬਰ 1 ਤਾਂ ਇਹ ਸੀ ਕਿ ਇਹ ਸਾਰਿਆਂ ਦਾ ਇੱਕ ਸਾਂਝਾ ਯੂਨਾਈਟਿਡ ਮੋਰਚਾ। ਉਹ ਕਿਉਂਕਿ 3 ਖੇਤੀ ਕਾਨੂੰਨ ਸੀਗੇ ਜਿਹੜਾ ਆਰਡੀਨੈਂਸ ਤੋਂ ਬਾਅਦ ਕਾਨੂੰਨ ਬਣੇ, ਤੇ ਇੱਕ MSP ਦੀ ਖਰੀਦ ਦੀ ਗਰੰਟੀ ਕਾਨੂੰਨੀ ਤੌਰ ਤੇ। ਤੇ ਇਸੇ ਕਰਕੇ ਇਹ ਇੱਕ ਮਿਨੀਮਮ ਪ੍ਰੋਗਰਾਮ ਸੀ, ਮਿਨੀਮਮ ਏਜੰਡਾ ਜਿਹਦੇ ਤੇ ਸਾਰੇ ਲੋਕ ਇਕੱਠੇ ਨੇ। ਔਰ ਇਸੇ ਕਰਕੇ ਜਿਹੜਾ ਜਦੋਂ ਇੱਥੋਂ ਫਿਰ ਦਿੱਲੀ ਗਏ, ਤੇ ਦਿੱਲੀ ਦੇ ਵਿੱਚ ਜਿਹੜੇ ਪੜਾਅ ਲੱਗਦੇ ਨੇ, ਉਹਨਾਂ ਪੜਾਵਾਂ ਤੇ ਡਿਫਰੈਂਟ ਕਲਚਰਲ, ਸੱਭਿਆਚਾਰਕ, ਬੋਲੀ ਤੇ ਸਭ ਟਾਈਪ ਦੀ ਵਿਰਸਾ, ਸੱਭਿਆਚਾਰ ਦੀ ਵੰਨ-ਸਵੰਨਤਾ ਨੂੰ ਲੋਕਾਂ ਨੇ ਪ੍ਰਵਾਨ ਕੀਤਾ। ਉੱਥੇ ਹੀ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ, ਉੱਥੇ ਹੀ ਲਾਲ ਝੰਡਾ ਵੀ ਲੱਗਿਆ ਹੋਇਆ, ਬਲਕਿ ਉੱਥੇ ਹੀ ਹਰਿਆਣੇ ਦੇ ਕਲਚਰ ਦਾ ਪ੍ਰਤੀਕ ਹੁੱਕਾ ਵੀ ਪੀ ਰਹੇ ਨੇ ਬਾਬੇ ਬੈਠੇ ਨਾਲ ਹੀ। ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਮਤਲਬ ਵੀ ਕਿਉਂਕਿ ਉਹ ਸਾਰੇ ਇੱਕ ਮਕਸਦ ਲਈ ਆਏ ਨੇ। ਔਰ ਇਸੇ ਕਰਕੇ ਇਹਦਾ ਸਭ ਤੋਂ ਬੜਾ ਜਿਹੜਾ ਰੋਲ ਹੈ, ਬਾਕੀ ਇਹ 3 ਬਿੱਲ ਤਾਂ ਇੱਕ ਅਲੱਗ ਗੱਲ ਹੈ, ਇਹਦਾ ਬੜਾ ਰੋਲ ਇਹ ਹੈ ਕਿ ਜਿਹੜੀ BJP ਦੀ ਇੱਕ ਅਪਰੋਚ ਸੀ ਹਿੰਦੂਤਵ ਦੀ ਪੋਲੀਟਿਕਸ, ਜਿਹੜੀ ਵੰਡਦੀ ਆ ਲੋਕਾਂ ਨੂੰ, ਮਿਨੋਰਟੀ ਨੂੰ ਧਰਮ ਦੇ ਆਧਾਰ 'ਤੇ, ਦਲਿਤਾਂ ਦੇ ਆਧਾਰ 'ਤੇ, ਕਬਾਇਲੀਆਂ ਦੇ ਆਧਾਰ 'ਤੇ, ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਦੇ ਆਧਾਰ 'ਤੇ ਹਿੰਦੂਤਵ ਦੇ ਵਿੱਚ ਇੱਕ ਹਜੂਮ ਪੈਦਾ ਹੁੰਦਾ ਹੈ, ਭੀੜ ਪੈਦਾ ਹੁੰਦੀ ਹੈ, ਖਾਣੇ ਦੇ ਨਾਂ 'ਤੇ, ਪਹਿਰਾਵੇ ਦੇ ਨਾਂ 'ਤੇ, ਵੱਖ-ਵੱਖ ਨਾਂ 'ਤੇ ਉਹ ਕਤਲ ਵੀ ਕਰਦੀ ਹੈ। ਤੇ ਇਸੇ ਤਰੀਕੇ ਦੇ ਨਾਲ ਵੱਖਰੇ ਵਿਚਾਰਾਂ ਵਾਲਿਆਂ 'ਤੇ ਤੁਸੀਂ UAPA ਲਾ ਦਿਓ, NIA ਇਨਵੈਸਟੀਗੇਸ਼ਨ ਕਰਦੀ ਹੈ, ਵੱਖ-ਵੱਖ ਤੌਰ 'ਤੇ ਤਰੀਕਾ। ਇਹ ਉਹਦਾ ਕਾਊਂਟਰ ਹੈ ਸਭ ਤੋਂ ਵੱਡਾ। ਦੇਸ਼ ਦੀ ਹੋਰ ਪੋਲੀਟਿਕਸ ਉਹਨੂੰ ਕਾਊਂਟਰ ਨਹੀਂ ਕਰ ਸਕੀ ਇਸ ਪੱਧਰ 'ਤੇ।
ਇਸੇ ਲਈ ਇਹ ਖਾਸੀਅਤ ਸੀ। ਕਦੇ ਇਹਨੂੰ ਖਾਲਿਸਤਾਨੀ ਗਵਰਨਮੈਂਟ ਨੇ ਲਾਇਆ ਬਲੇਮ ਵੀ ਇਹ ਖਾਲਿਸਤਾਨੀਆਂ ਦਾ ਅੰਦੋਲਨ ਹੈ, ਇਹ ਮਾਓਵਾਦੀਆਂ ਦਾ ਅੰਦੋਲਨ ਹੈ, ਇਹ ਕਾਮਰੇਡਾਂ ਦਾ ਅੰਦੋਲਨ ਹੈ, ਇਹ ਪਾਕਿਸਤਾਨ ਸਮਰਥਕ ਲੋਕਾਂ ਦਾ ਅੰਦੋਲਨ ਹੈ, ਇਹ ਅਰਬਨ ਨਕਸਲੀਆਂ ਦਾ ਅੰਦੋਲਨ ਹੈ, ਅਲੱਗ-ਅਲੱਗ ਟਾਈਪ ਦੀਆਂ ਗੱਲਾਂ, ਪਰ ਉਹ ਚਿਪਕੀਆਂ ਨਹੀਂ ਨਾਲ। ਬਿਨਾਂ ਸ਼ੱਕ ਇੱਕ ਜਿਹੜਾ ਮੈਨੂੰ ਲੱਗਦਾ ਕਿ ਲੋਕਾਂ ਦੀ ਜਿਹੜੀ ਵਿਰਸੇ ਨਾਲੋਂ ਟੁੱਟਣਾ ਹੈ, ਜਿਹਨੂੰ ਸਮਝ ਨਹੀਂ ਹੈ, ਉਹ ਇਹ ਪਾੜਾ ਪਾਉਣ ਦੀ ਟਰਾਈ ਕਰਦੇ ਨੇ। ਇੱਕ ਤਾਂ ਨਾ ਸਮਝੀ 'ਚੋਂ, ਇੱਕ ਸ਼ਾਇਦ ਇੱਕ ਡਿਜ਼ਾਈਨ ਵੀ ਹੁੰਦਾ ਕਈਆਂ ਦਾ। ਕੁਝ ਲੋਕ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੇ ਡਿਜ਼ਾਈਨ 'ਚੋਂ ਕਿਸੇ ਦੇ ਹੋਰ ਹਿੱਤ ਦੀ ਪੂਰਤੀ ਦੇ ਵਾਸਤੇ ਇਹਨੂੰ ਲੈਂਦੇ ਹੋਣ ਵੀ ਇਹਦੇ 'ਚ ਦਫੇੜ ਖੜੀ ਕੀਤੀ ਜਾਏ। ਜੇ ਪੰਜਾਬ ਦਾ ਕਲਚਰ ਅਸੀਂ ਸ਼ੁਰੂ ਤੋਂ ਦੇਖਦੇ ਹਾਂ ਵੱਡੇ ਪੱਧਰ ਦੇ, ਜਦੋਂ ਤੋਂ ਚੱਲਿਆ, ਗਦਰੀ ਬਾਬੇ ਵੀ, ਗਦਰੀ ਬਾਬਿਆਂ ਨੂੰ ਕਮਿਊਨਿਸਟ ਓਨ ਕਰਦੇ ਨੇ ਵੀ ਉਹ ਸਾਡੇ ਨੇ ਬਾਬੇ, ਪਰ ਉਹਨਾਂ 'ਚੋਂ ਕਿੰਨੇ ਬਾਬੇ ਅੰਮ੍ਰਿਤਧਾਰੀ ਵੀ ਸੀ ਤੇ ਕਿੰਨੇ ਬਾਬੇ ਪਾਠ ਕਰਦੇ ਸੀ, ਔਰ ਕਿੰਨੇ ਕਿਰਤੀ ਦਾ ਤਾਂ ਜਿਹੜਾ ਅਖਬਾਰ ਦਾ ਦਫ਼ਤਰ ਵੀ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਗਿਆ, ਸਾਰਾ ਕੁਝ ਉੱਥੋਂ ਚੱਲਿਆ। ਇਸ ਲਈ ਕੋਈ ਟਕਰਾਅ ਨਹੀਂ ਸੀ। ਇਹ ਟਕਰਾਅ ਇਹਨੇ ਇੱਕ ਖਾਸ ਦੌਰ ਦੇ ਦੌਰਾਨ, ਜਦੋਂ ਪੰਜਾਬ 'ਚ ਮਿਲੀਟੈਂਸੀ ਦਾ ਦੌਰ ਸੀ, ਉਸ ਦੌਰਾਨ ਕੁਝ ਨਜ਼ਰੀਏ ਬਦਲੇ ਆਪੋ ਆਪਣੇ ਤਰੀਕੇ ਦੇ ਨਾਲ, ਤੇ ਉਹਨੂੰ ਹੀ ਅਸੀਂ ਮੇਨ ਬਣਾ ਲਿਆ। ਜਿਵੇਂ ਸਿੱਖੀ ਦੇ ਵਿੱਚ ਵੀ ਜਿਹੜਾ ਸਿੱਖੀ ਦੀ ਪੀਸਫੁਲ ਸਟਰਗਲ ਜਿਹਦੀ ਸ਼ਾਂਤਮਈ ਅੰਦੋਲਨਾਂ ਦਾ ਵਿਰਸਾ ਹੈ ਬਹੁਤ ਵੱਡਾ, ਉਹ ਛੱਡ ਕੇ ਕੇਵਲ ਇੱਕ ਪੜਾਅ ਜਿਹੜਾ ਖਾੜਕੂਬਾਦ ਦਾ ਹਥਿਆਰਬੰਦਾਂ ਦਾ ਆਇਆ ਸੀ, ਇਹਨੂੰ ਹੀ ਮੇਨ ਲੈ ਲੈਣਾ। ਇਹਦਾ ਮਤਲਬ ਉਹ ਨਹੀਂ ਜੇ ਤੁਸੀਂ 5 ਸਾਲ ਦੇ ਵਿੱਚ 5 ਮੋਰਚੇ ਲੱਗੇ ਸੀ, ਜਿਹਦੇ 'ਚ ਜੈਤੋ ਦਾ ਮੋਰਚਾ, ਜਿਹਦੇ 'ਚ ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਅਲੱਗ-ਅਲੱਗ ਟਾਈਪ ਦੇ ਜਿਹੜੇ ਸਾਰੇ ਮੋਰਚੇ ਲੱਗੇ। ਉਹ ਬੰਦੇ ਕੀ ਜਾਂਦੇ ਸੀ? ਬੰਦੇ ਕਹਿੰਦੇ ਸੀ ਅਸੀਂ ਮਰਨ ਲਈ ਚੱਲੇ ਹਾਂ, ਕਹਿ ਕੇ ਜਾਂਦੇ ਸੀ। ਸਾਹਮਣੇ ਵਾਲਾ ਮਾਰਦਾ ਰਹੂ ਕੋਈ ਗੱਲ ਨਹੀਂ, ਤੇ ਅਸੀਂ ਇਸ ਦਲੇਰੀ ਤੇ ਸਬਰ ਸੰਤੋਖ ਨਾਲ ਚੱਲੇ ਹਾਂ। ਉਹ ਐਡੇ ਵੱਡੇ ਮੋਰਚੇ ਉਹਨੇ ਹਿਲਾ ਕੇ ਰੱਖਤਾ ਸਿਸਟਮ ਜਿਹੜਾ ਸੀ। ਈਵਨ ਮਹਾਤਮਾ ਗਾਂਧੀ ਨੂੰ ਵੀ ਆ ਕੇ ਕਹਿਣਾ ਪਿਆ ਚਾਬੀਆਂ ਦਾ ਮੋਰਚਾ, ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਜਾ ਚੁੱਕੀ ਹੈ ਜਿਹੜੇ ਚਾਬੀਆਂ ਦੇ ਮੋਰਚੇ ਦੇ ਵਿੱਚ ਆਏ। ਇਸ ਕਰਕੇ ਉਹਨੂੰ ਦੇਣ ਦੀ ਬਜਾਏ ਜਿਹੜੇ ਲੋਕ ਕਹਿੰਦੇ ਨੇ ਵੀ ਨਹੀਂ ਜੀ ਇਹ ਨਹੀਂ ਤਰੀਕਾ ਜਾਂ ਬਾਕੀ ਨਹੀਂ ਹੈ, ਜਾਂ ਉਹ ਕਿਸੇ ਦੇ ਢਹੇ ਚੜ੍ਹ ਕੇ ਕਿਸੇ ਹੋਰ ਦੇ ਮਾਮਲੇ ਦੇ ਵਿੱਚ ਬੋਲ ਰਹੇ ਨੇ। ਅੱਜ ਦੇ ਦੌਰ 'ਚ ਜੇਕਰ ਕੋਈ ਕਾਮਰੇਡ ਵਰਸਜ ਸਿੱਖ, ਨੌਜਵਾਨ ਵਰਸਜ ਕਿਸਾਨ, ਇਹ ਦੋ ਵਰਤਾਂਤ ਚਲਾਏ ਜਾ ਰਹੇ ਨੇ। ਹਾਲਾਂਕਿ ਕੋਈ ਪਰਿਵਾਰ ਹੈ, ਕਿਸਾਨੀ ਪਰਿਵਾਰ ਹੈ, ਸਪੋਜ਼ ਕਰੋ ਮੇਰਾ ਪਰਿਵਾਰ ਹੈ, ਮੇਰੇ ਫਾਦਰ ਬਜ਼ੁਰਗ ਵੀ ਨੇ, ਅਸੀਂ ਮਿਡਲ ਉਦੋਂ ਹੇਠਲੇ ਬੱਚੇ ਬਾਕੀ ਵੀ ਸਾਰੇ ਨੇ, ਇੱਕ ਪਰਿਵਾਰ ਸਾਰੇ ਉਹਨਾਂ ਦੇ ਕਿਸਾਨ ਅੰਦੋਲਨ 'ਚ ਇਕੱਲੇ ਬਜ਼ੁਰਗ ਕਿਸਾਨ ਹੀ ਨੇ। ਕਿਸਾਨ ਅੰਦੋਲਨ 'ਚ ਉਹਨਾਂ ਦੇ ਬੱਚੇ ਵੀ ਨੇ, ਉਹਨਾਂ ਦੇ ਫੈਮਿਲੀ ਆ, ਉਹਨਾਂ ਦੀਆਂ ਬਜ਼ੁਰਗ ਮਾਤਾ ਕੁੜੀਆਂ, ਬਾਕੀ ਸਾਰੀਆਂ ਚੀਜ਼ਾਂ ਨੇ। ਤੇ ਇਹ ਬਿਰਤਾਂਤ ਹੀ ਹਕੀਕਤ ਨਾਲ ਟੁੱਟਿਆ ਹੋਇਆ ਬਿਰਤਾਂਤ ਹੈ। ਅਸਲ 'ਚ ਕੁਝ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਅਸੀਂ ਆਪਣੇ ਆਪ ਨੂੰ ਇਹ ਫੋਕਸ ਕਰਨਾ ਕਿ ਅਸੀਂ ਯੂਥ ਦੇ ਲੀਡਰ ਹਾਂ, ਬਜ਼ੁਰਗ ਬੰਦੇ ਜਿਹੜੇ ਕਿਸਾਨ ਨੇ ਉਹ ਬਜ਼ੁਰਗਾਂ ਦੇ ਲੀਡਰ ਨੇ। ਜਿਵੇਂ ਐ ਹੁੰਦਾ ਉਹ ਇੱਕ ਭੁਲੇਖਾ ਜਿਹਾ ਪੈਂਦਾ, ਇਲੂਜਨ 'ਚ ਦੁਨੀਆ ਰਹਿੰਦੀ ਹੈ। ਮੇਰੇ ਖਿਆਲ ਉਹ ਭੁਲੇਖਾ ਬਹੁਤ ਹੱਦ ਤੱਕ ਸਾਫ਼ ਵੀ ਹੋ ਰਿਹਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂ ਕਿ 2 ਬੀਬੀਆਂ ਬੈਠੀਆਂ ਮਿਲੀਆਂ ਮੈਨੂੰ ਇੱਕ ਪਿੰਡ ਦੀਆਂ ਟਿਕਰੀ ਬਾਰਡਰ ਦੇ ਉੱਤੇ, ਤੇ ਉਹ ਬਰਗਾੜੀ ਦੇ ਉੱਥੇ ਵੀ ਜਾਂਦੀਆਂ ਨੇ। ਜਦੋਂ ਕਹਿੰਦੀ ਅਸੀਂ ਉਹ ਗਏ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਅਸੀਂ ਉੱਥੇ ਵੀ ਗਏ, ਤੇ ਉਹ ਬਰਨਾਲੇ ਏਰੀਏ ਦੀਆਂ ਨੇ। ਉਹ ਕਹਿੰਦੇ ਜਦੋਂ ਕਿਰਨਜੀਤ ਦਾ ਕਾਂਡ ਸੀ ਅਸੀਂ ਉਦੋਂ ਤੋਂ ਨਾਲ ਲੱਗੀਆਂ ਤੇ ਉਦੋਂ ਵੀ ਉਹਦੇ 'ਚ ਜਾਂਦੇ ਰਹੇ ਉਹ ਕੁੜੀ ਦਾ। ਹੁਣ ਉਹਨਾਂ 'ਚੋਂ ਇੱਕ ਬੀਬੀਆਂ ਕਦੇ ਗਈਆਂ ਹੀ ਨਹੀਂ, ਇੱਕ 15 ਦਿਨ ਲਈ ਗਈ ਕੇਵਲ। ਉਹਦਾ ਇੱਕ ਬੇਟਾ ਕੈਨੇਡਾ ਦੇ ਵਿੱਚ ਵੀ ਰਹਿੰਦਾ ਤੇ 2 ਵਾਰ ਸ਼ਰੀ ਵੀ ਜਾਇਆ ਹੀ, ਸਾਰੇ ਕਿਤੇ ਜਾਇਆ ਹੀ, ਠੀਕ ਠਾਕ ਪਰਿਵਾਰ। ਪਰ ਕਹਿੰਦੀ ਮੈਂ ਹੁਣ ਤਾਂ ਅਰਦਾਸ ਕਰਕੇ ਆਈਆਂ ਇੱਥੇ। ਤੇ ਉਹ ਦੋਨੋਂ ਬੀਬੀਆਂ ਜਥੇਬੰਦੀਆਂ ਜਿਹੜੀਆਂ ਕਮਿਊਨਿਸਟਾਂ ਦੀਆਂ ਜਥੇਬੰਦੀਆਂ ਨੇ ਉਹਨਾਂ 'ਚੋਂ ਇੱਕ ਨਾਲ ਨੇ, ਤੇ ਉਹ ਉਧਰ ਗੁਰਬਾਣੀ ਦੇ ਨਾਲ ਵੀ ਨੇ ਕਿ ਉਹ ਉੱਥੇ ਵੀ ਚਲੀਆਂ ਜਾਂਦੀਆਂ ਨੇ। ਮਤਲਬ ਆਮ ਸਧਾਰਨ ਬੰਦੇ ਲਈ ਇਹ 2 ਚੀਜ਼ਾਂ ਨਹੀਂ ਹੈ। ਉਹਦੇ ਲਈ ਇੱਕ ਜੱਦੋ ਜਹਿਦ ਹੈ। ਜਦੋਂ ਤੁਸੀਂ ਕਹਿੰਦੇ ਪੰਜਾਬ ਦੀ ਹੋਂਦ ਦੀ ਲੜਾਈ ਹੈ, ਤਾਂ ਪੰਜਾਬ ਦੀ ਹੋਂਦ ਦੀ ਲੜਾਈ 'ਚ ਕਾਮਰੇਡ ਵੀ ਨੇ, ਸਿੱਖ ਵੀ ਨੇ, ਹਿੰਦੂ ਵੀ ਨੇ, ਵੱਖ-ਵੱਖ ਟਾਈਪ ਦੇ ਸਾਰੇ ਲੋਕ ਹੀ ਨੇ। ਉਹ 'ਚ ਬੀਬੀਆਂ ਵੀ ਨੇ, ਬੱਚੇ ਵੀ ਨੇ ਤੇ ਬਾਕੀ ਨੇ। ਇਸ ਲਈ ਜਿਹੜਾ ਇਹ ਸਿਰਜਿਆ ਜਾ ਰਿਹਾ ਬਿਰਤਾਂਤ ਹੈ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰ ਨੂੰ ਹੀ ਫਾਇਦਾ ਦਿੰਦਾ, ਨਾ ਕੇਵਲ ਸਰਕਾਰ ਨੂੰ ਫਾਇਦਾ ਦਿੰਦਾ। ਇਸ ਅੰਦੋਲਨ ਨੇ ਜਿਹੜੀ ਨਿਸ਼ਾਨਦੇਹੀ ਕੀਤੀ ਹੈ, ਸਭ ਤੋਂ ਮਹੱਤਵਪੂਰਨ ਪਹਿਲੂ ਇਹ ਵੀ ਹੈ, ਇਹਨੇ ਮੁੱਦਿਆਂ ਦੀ ਕਲੀਅਰ ਕੱਟ ਨਿਸ਼ਾਨਦੇਹੀ ਕਰਤੀ, ਜਿਹਦੇ 'ਚ ਦੁਨੀਆ ਨੇ ਦੇਖਿਆ ਕਿ ਹਾਂ ਨੰਬਰ 1 ਨਰਿੰਦਰ ਮੋਦੀ ਦਾ ਜਿਹੜਾ ਐਟੀਚਿਊਡ ਸੀ ਹੰਕਾਰ ਦਾ, ਸੈਂਟਰਲਾਈਜੇਸ਼ਨ ਆਫ ਪਾਵਰ ਦਾ, ਤਾਕਤਾਂ ਦਾ ਕੇਂਦਰੀਕਰਨ, ਤੇ ਨਾਲ ਹਿੰਦੂਤਵ ਦਾ ਏਜੰਡਾ, ਦੂਜਿਆਂ ਦੇ ਖਿਲਾਫ, ਦੂਜਿਆਂ ਦੇ ਭਗਤਾਉਣ ਦੀ ਗੱਲ, ਵੰਡ ਪਾਊ ਰਾਜਨੀਤੀ। ਤੇ ਦੂਜਾ ਸਭ ਤੋਂ ਬੜਾ ਜਿਹੜਾ ਇਹ ਸੀ ਕਿ ਦੁਨੀਆ ਦੇ ਵਿੱਚ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕੀਤਾ, ਜਿਹੜਾ ਕਾਰਪੋਰੇਟ ਲੈਡ ਡਿਵੈਲਪਮੈਂਟ ਦਾ ਮਾਡਲ ਹੈ, ਜਿਹੜਾ ਮੁਨਾਫੇ ਨੂੰ ਬੰਦੇ ਦੀ ਜਾਨ ਤੋਂ ਮਹੱਤਵਪੂਰਨ ਸਮਝਦਾ, ਤੇ ਉਹਦੇ ਖਿਲਾਫ ਅੰਦੋਲਨ। ਇਸੇ ਕਰਕੇ ਪਹਿਲੇ ਦਿਨ ਤੋਂ ਇਸ ਅੰਦੋਲਨ ਨੇ ਇਹ ਗੱਲ ਕੀਤੀ ਸਾਡੀ ਦੋਹਰੀ ਲੜਾਈ ਹੈ।
ਇੱਕ ਮੋਦੀ ਸਰਕਾਰ ਤੇ ਇੱਕ ਕਾਰਪੋਰੇਟ ਦੇ ਉਸ ਏਜੰਡੇ ਨਾਲ, ਉਸ ਡਿਵੈਲਪਮੈਂਟ ਦੇ ਮਾਡਲ ਨਾਲ। ਸ਼ਾਇਦ ਸਿਆਸਤ ਇਸ ਲੈਵਲ ਦੀ ਨਹੀਂ ਸੀ ਉੱਭਰੀ ਸਾਡੇ ਦੇਸ਼ ਦੇ ਵਿੱਚ ਐਡੀ ਕਦੇ ਕਿ ਜਿਹੜੀ ਇਹ ਮਾਡਲ ਨੂੰ ਇੰਨਾ ਕਲੀਅਰ ਕੱਟ ਚੈਲੰਜ ਕਰਦੇ। ਇਹ ਕਿਸਾਨ ਅੰਦੋਲਨ ਨੇ ਕੱਲੇ ਬੰਦੇ ਦੇ ਦਿਮਾਗ 'ਚ ਇਹ ਗੱਲ ਪਾਤੀ, ਜਿਹੜਾ ਟੋਲ ਪਲਾਜ਼ਾ ਤੇ ਬੈਠਾ ਹੈ, ਜਿਹੜਾ ਕਿਤੇ ਵੀ ਬੈਠਾ ਕੱਲੇ ਦੇ, ਕਿ ਹਾਂ ਸਾਡੀ ਲੜਾਈ ਕਾਰਪੋਰੇਟ ਨਾਲ ਵੀ ਹੈ। ਆਮ ਲੋਕਾਂ ਦੇ ਦਿਮਾਗਾਂ 'ਚ ਚਲੀ ਗਈ। ਪਹਿਲਾਂ ਸਿਧਾਂਤਕ ਤੌਰ ਤੇ ਚਾਹੇ ਗੱਲਾਂ ਚੱਲਦੀਆਂ ਸੀ, ਲੋਕ ਕਹਿੰਦੇ ਸੀ ਕਿ ਨਹੀਂ ਹੈ ਠੀਕ ਹੈ ਮਾਡਲ, ਪਰ ਪ੍ਰੈਕਟਿਸ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਅਮਲ ਦੇ ਵਿੱਚ ਇਹਨੂੰ ਢਾਲ ਦੇਣਾ ਇਸ ਮੋਰਚੇ ਦੀ ਸਭ ਤੋਂ ਬੜੀ ਪ੍ਰਾਪਤੀ ਹੈ। ਜਿਹੜਾ ਵੀ ਇਹਨਾਂ ਦੋਨੇ ਗੱਲਾਂ 'ਚ ਤਰੇੜ ਪਾਉਣ ਦੀ ਟਰਾਈ ਹੈ ਉਹ ਕਿਤੇ ਨਾ ਕਿਤੇ ਕਾਰਪੋਰੇਟ ਔਰ ਸਰਕਾਰ ਦੇ ਪੱਖ 'ਚ ਜਾਂਦੀ ਹੈ, ਚਾਹੇ ਉਹ ਜਾਣੇ ਕਰਦਾ, ਚਾਹੇ ਉਹ ਜਾਣ ਬੁੱਝ ਕੇ ਕਰਦਾ। ਹਮੀਤ ਸਿੰਘ ਜੀ, 26 ਤੇ 25 ਨੂੰ ਜੋ ਹੋਇਆ, ਉਸ ਤੋਂ ਬਾਅਦ ਉਹ ਲੋਕ ਜਿਹੜੇ ਕਰਦੇ ਆ, ਅੱਜ ਉਹਨਾਂ ਦੀ ਕੀ ਪੋਜੀਸ਼ਨ ਆ, ਉਹ ਕਿੱਥੇ ਖੜੇ ਨੇ, ਕੀ ਉਹ ਨਾਲ ਨੇ, ਕਰ ਰਹੇ ਨੇ ਕੁਝ, ਜਾਂ ਉਹ ਸਾਈਡ ਤੇ ਹੋ ਗਏ ਨੇ? ਨਹੀਂ, 25 ਤੇ 26 ਦੇ ਦੋ ਟਾਈਪ ਦਾ ਵਰਤਾਂਤ ਤਾਂ ਮੈਨੂੰ ਇਹ ਲੱਗਦਾ ਕਿ ਕੁਝ ਲੋਕ ਤਾਂ ਉਹ ਨੇ ਜਿਨ੍ਹਾਂ ਨੇ ਸਟੇਜ ਤੇ ਜਾ ਕੇ ਕਬਜ਼ਾ ਕੀਤਾ ਤੇ ਉਸ ਤੋਂ ਬਾਅਦ ਇੱਕ ਐਲਾਨੇ ਆ ਕਿ ਆਪਾਂ ਉਧਰ ਜਾਣਾ ਜੀ, ਐਂ ਕਰਨਾ ਐਂ ਕਰਨਾ। ਇੱਕ ਆਰਗੇਨਾਈਜੇਸ਼ਨ ਵੀ ਸੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਇੱਕ ਅਲੱਗ ਟਾਈਪ ਦਾ ਸੈਟਅਪ ਹੈ। ਮੈਨੂੰ ਇਹ ਲੱਗਦਾ ਹੁੰਦਾ ਕਿ ਜਥੇਬੰਦੀਆਂ ਜਿਹੜੀਆਂ ਨੇ, ਜਥੇਬੰਦੀ ਦਾ ਸਟੈਂਡ ਗਲਤ ਵੀ ਹੋ ਸਕਦਾ, ਠੀਕ ਵੀ ਹੋ ਸਕਦਾ, ਉਹਨੂੰ ਦਰੁਸਤ ਕੀਤਾ ਜਾ ਸਕਦਾ, ਉਹ ਇੱਕ ਅਲੱਗ ਪਹਿਲੂ ਹੈ। ਉਹਨਾਂ ਦਾ ਸੇਮ ਪੱਟਰੇ ਤੇ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ। ਤੇ ਜਿਹੜੇ ਇੰਡੀਵਿਜੂਅਲ ਆਦਮੀ ਜਿਨ੍ਹਾਂ ਦੀ ਨਾ ਕੋਈ ਜਥੇਬੰਦੀ, ਨਾ ਕਿਸੇ ਸਿਸਟਮ 'ਚ ਆਏ, ਨਾ ਪਹਿਲਾਂ ਕੋਈ ਲੜਾਈ ਲੜੀ, ਜਿਹੜੇ ਕਿਸਾਨ ਲੀਡਰਾਂ ਨੂੰ ਇਹ ਕਹਿੰਦੇ ਨੇ ਕਿ ਤੁਹਾਨੂੰ ਅੰਦੋਲਨ ਦਾ ਨਹੀਂ ਪਤਾ, ਆਪ ਜਿਵੇਂ ਪੇਟ 'ਚ ਹੀ ਅੰਦੋਲਨ ਸਿੱਖ ਕੇ ਆਏ ਨੇ। ਇੱਕ ਬੰਦੇ ਨੇ 30 ਸਾਲ 40 ਸਾਲ ਅੰਦੋਲਨ ਦੇ ਕੋਲ ਇੱਕ ਤਜਰਬਾ ਹੈ, ਇੱਕ ਐਕਸਪੀਰੀਅੰਸ ਹੈ। ਉਹ ਚੰਗਾ ਵੀ ਹੋ ਸਕਦਾ ਹੈ, ਕੁਛ ਮਾੜਾ ਵੀ ਹੋਏਗਾ, ਵੱਖ-ਵੱਖ ਹੈ। ਇੱਕ ਕੋਲ ਜ਼ੀਰੋ ਐਕਸਪੀਰੀਅੰਸ ਹੈ, ਤੇ ਉਹ ਜ਼ੀਰੋ ਐਕਸਪੀਰੀਅੰਸ ਵਾਲਾ ਬੰਦਾ ਇਹ ਕਹੇ ਕਿ ਤੁਹਾਨੂੰ ਪਤਾ ਨਹੀਂ ਹੈ ਅੰਦੋਲਨ ਦਾ, ਮੈਨੂੰ ਸਮਝ ਜ਼ਿਆਦਾ ਹੈ। ਤੇ ਇਹ ਤਾਂ ਜਿਹੜੀ ਸਿੱਖੀ ਦੀ ਤੁਸੀਂ ਤਸਵੀਰ ਦਿੰਦੇ ਹੋ, ਇਹ ਉਹਦੇ ਹੀ ਖਿਲਾਫ ਹੈ ਅਸਲ 'ਚ। ਜੇ ਗੁਰੂ ਨਾਨਕ ਦੇ ਥਾਟ ਨੂੰ ਮਾੜਾ ਮੋਟਾ ਵੀ ਕੋਈ ਸਮਝਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਤਾਂ ਆਪਦੇ ਆਪ ਨਹੀਂ ਕਿਹਾ ਕਿ ਮੈਨੂੰ ਸਭ ਕੁਝ ਪਤਾ ਹੈ। ਉਹ ਤੁਰੇ ਫਿਰੇ ਦੁਨੀਆ 'ਚ, ਉਦਾਸੀਆਂ ਕੀਤੀਆਂ, ਕਿਤੋਂ ਭਗਤ ਕਬੀਰ ਮਿਲ ਗਏ, ਰਵਿਦਾਸ ਮਿਲ ਗਏ, ਪੀਪਾ ਮਿਲ ਗਏ, ਧੰਨਾ ਮਿਲ ਗਏ, ਨਾਮਦੇਵ ਮਿਲ ਗਏ, ਜਿਹੜਾ ਮਰਜ਼ੀ ਮਿਲ ਗਿਆ। ਉਹਨਾਂ ਨੇ ਚੱਕ ਕੇ ਉਹਨਾਂ ਦੀ ਨੌਲੇਜ ਇਕੱਠੀ ਕੀਤੀ, ਇਕੱਠੀ ਕਰਕੇ ਸਾਂਭੀ। ਫਿਰ ਗੁਰੂ ਗ੍ਰੰਥ ਸਾਹਿਬ 'ਚ ਵੀ ਸਾਂਝੀ ਦੇਤੀ। ਕਿਸੇ ਨੂੰ ਐਂ ਤਾਂ ਨਹੀਂ ਵੀ ਇਹਨੂੰ ਛੋਟਾ ਰੁਤਬਾ, ਇਹਨੂੰ ਵੱਡਾ ਰੁਤਬਾ, ਉਹ ਇੱਕ ਕੰਪਲੀਟ ਰੁਤਬਾ ਹੈ। ਇਸ ਲਈ ਗੁਰੂ ਨਾਨਕ ਦਾ ਜਿਹੜਾ ਇਹ ਫਲਸਫਾ ਹੈ ਨਾ ਕਿ ਸਮਝਦਾਰੀ ਜਿਹੜੀ ਹੈ ਕਿਸੇ ਇੱਕ ਬੰਦੇ ਕੋਲ, ਇਸ ਗਰੁੱਪ ਕੋਲ ਨਹੀਂ ਹੁੰਦੀ, ਸਮਝਦਾਰੀ ਸਮਾਜ 'ਚ ਪਈ ਹੁੰਦੀ ਹੈ। ਜਿਹੜੇ ਬੰਦੇ ਉਹਨੂੰ ਇਕੱਠੀ ਕਰ ਲੈਣਗੇ, ਜਿਹੜੇ ਬੰਦੇ ਉਹਨੂੰ ਠੀਕ ਤਰੀਕੇ ਨਾਲ ਲਿਆਉਣਗੇ, ਉਹ ਗਿਆਨਵਾਨ ਮਨੁੱਖ ਬਣ ਸਕਦੇ ਨੇ। ਉਹਦੇ 'ਚੋਂ ਫਿਰ ਸੰਵਾਦ ਕੱਢਦੇ ਨੇ। ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ ਦਾ ਜਿਹੜਾ ਵਰਤਾਂਤ ਹੈ, ਉਹ ਇਹ ਕਹਿੰਦੇ ਨੇ ਕਿ ਸੰਵਾਦ ਰਚਾਓ। ਜੇ ਤੁਹਾਡੇ ਕੋਲ ਜ਼ਿਆਦਾ ਬੈਟਰ ਆਈਡੀਆ ਤਾਂ ਤੁਸੀਂ ਦੱਸੋ। ਜੇ ਦੂਜੇ ਕੋਲ ਆ, ਜਦੋਂ ਫਿਰ ਉਹ ਲੜਾਈ ਲੜਦਾ ਦੂਜਾ ਬੰਦਾ ਸਾਹਮਣੇ, ਲੜਾਈਆਂ ਉਦੋਂ ਵੀ ਤਾਂ ਬਥੇਰੀਆਂ ਹੁੰਦੀਆਂ ਸੀ, ਕੋਈ ਇਹ ਤਾਂ ਨਹੀਂ ਬਾਬਾ ਤਾਂ ਇਕੱਲਾ ਸੀ, ਖਬਰ ਕਿੰਨਿਆਂ ਨੇ ਚੋਲਾ ਫੜਿਆ ਹੋਣਾ, ਕਿੰਨਿਆਂ ਨੇ ਗੱਲ ਕੀਤੀ ਹੋਣੀ ਹੈ। ਤਾਂ ਉਹਨਾਂ ਨੇ ਉਹ ਕਿਹਾ ਸਿੱਧਾ ਨਾਲ ਵੀ ਲੜਾਈ 'ਚ ਜਦੋਂ ਗਰਮ ਹੁੰਦਾ, ਉਹ ਕਹਿੰਦੇ ਰੋਸ ਨਾ ਕੀਜੈ ਉੱਤਰ ਦੀਜੈ, ਤੇਰੇ ਕੋਲ ਕੋਈ ਗੱਲ ਵਾਜਬ ਹੈ ਤਾਂ ਤੁਸੀਂ ਦੱਸੋ ਤੇ ਨਹੀਂ ਨਾ। ਇਸ ਕਰਕੇ ਜਿਹੜਾ ਬੰਦਾ ਇਹ ਕਹਿੰਦਾ ਨਾ ਕਿ ਮੈਂ ਪੰਥਕ ਹਾਂ, ਮੈਨੂੰ ਇਹਦਾ ਮਤਲਬ ਪੰਥ ਦਾ ਊੜਾੜਾ ਵੀ ਤੁਹਾਨੂੰ ਨਹੀਂ ਪਤਾ, ਤੇ ਨਾ ਬਾਬੇ ਦੀ ਜ਼ਿੰਦਗੀ ਤੁਸੀਂ ਦੇਖਦੇ ਹੋ, ਨਾ ਉਹਦੀ ਫਿਲਾਸਫੀ ਦੇਖਦੇ ਹੋ, ਦੋਨਾਂ 'ਚੋਂ ਹੀ ਨਹੀਂ ਦੇਖ ਰਹੇ। ਇਹ ਜਾਣ ਬੁੱਝ ਕੇ ਕਿਸੇ ਡਿਜ਼ਾਈਨ ਦੇ ਵਿੱਚੋਂ ਇੱਕ ਪੈਦਾ ਹੋਈ ਚੀਜ਼ ਸੀ ਜਿਹੜੀ ਡੀਰੇਲ ਕਰਨ ਦੀ। ਔਰ ਬਿਨਾਂ ਸ਼ੱਕ 26 ਤਰੀਕ ਦੇ ਘਟਨਾ ਇਸ ਅੰਦੋਲਨ ਦੇ ਨੁਕਸਾਨ ਦਾ ਬਹੁਤ ਵੱਡਾ ਹਿੱਸਾ ਹੈ, ਕਿਉਂਕਿ ਪਹਿਲਾਂ ਸਾਰਾ ਅੰਦੋਲਨ ਇੱਕ ਸੁਰ ਸੀ ਔਰ ਕੇਂਦਰ ਸਰਕਾਰ ਦੇ ਉੱਤੇ ਕੇਂਦਰਤ ਸੀ। ਉਹਦਾ ਪ੍ਰੈਸ਼ਰ ਦੇ ਨਾਲ ਕੀ ਸੀ, ਪੂਰੀ ਦੁਨੀਆ ਦੇ ਵਿੱਚ ਇਹਦੀ ਧਾਕ ਸੀ। ਦੁਨੀਆ ਦੀਆਂ ਪਾਰਲੀਮੈਂਟਾਂ 'ਚ ਇਹਦੀ ਚਰਚਾ ਹੋਈ, ਵੱਖ-ਵੱਖ ਕਿਸਮ ਦੀਆਂ ਚੀਜ਼ਾਂ ਹੋਈਆਂ। ਈਵਨ ਪੰਜਾਬ ਦੇ ਵਿੱਚ ਵੀ ਕੋਈ ਵੀ ਵਖਰੇਵਾਂ ਉਸ ਲੈਵਲ ਦਾ ਨਹੀਂ ਸੀ, ਜੇ ਛੋਟਾ ਮੋਟਾ ਹੇਠਾਂ ਹੋਵੇ ਉਹ ਅਲੱਗ ਗੱਲ ਹੈ, ਪਰ ਸਮੁੱਚਾ ਅੰਦੋਲਨ ਸੀ। ਇਹਨੇ ਅੰਦੋਲਨ ਦੇ ਵਿੱਚ ਇਹ ਕਰਤਾ, ਸ਼ਾਇਦ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ। ਇੱਕ 26 ਦੀ ਤਰੀਕ ਨੇ ਕੀ ਕੀਤਾ, ਖਾਸ ਤੌਰ 'ਤੇ ਜਿਹੜਾ ਹਿੰਦੂ ਸੈਂਟੀਮੈਂਟ ਹੈ, ਜਿਹਨੂੰ ਮੋਦੀ ਹੋਣੀ ਹਮੇਸ਼ਾ ਵਰਤਦੇ ਨੇ, ਉਹਦੇ ਦਿਮਾਗ 'ਚ ਘਰ ਕਰਤਾ ਵੀ ਇਹ ਤਾਂ ਫਿਰ ਖਾਲਿਸਤਾਨ ਵੱਲ ਜਾ ਰਹੇ ਨੇ, ਪਤਾ ਨਹੀਂ ਕਿਹੋ ਜਿਹੀ ਗੱਲ ਕਰ ਰਹੇ ਨੇ। ਔਰ ਜਿਹੜੇ ਲੋਕ ਨਵਰੀਤ ਦੇ ਹੀ ਭੋਗ 'ਤੇ ਗਏ, ਇੱਥੋਂ ਕਿੰਨੇ ਹੀ ਸੱਜਣ ਹੋਰ ਵੀ ਗਏ ਜਿਹੜੇ ਉੱਥੇ ਗਏ ਸੀ। ਔਰ ਈਵਨ ਸਿੱਖਾਂ 'ਚੋਂ ਇੱਕ ਸਾਬਕਾ ਜਥੇਦਾਰ ਨੇ ਮੈਨੂੰ ਗੱਲ ਦੱਸੀ, ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਨੇ, ਉਹ ਕਹਿੰਦੇ ਉੱਥੇ ਸਾਨੂੰ ਜਿੰਨੇ ਲੋਕ ਮਿਲੇ, ਮੈਜੋਰਿਟੀ ਸਾਨੂੰ ਇਹ ਕਹਿੰਦੇ ਵੀ ਕਿਰਪਾ ਕਰਕੇ ਇਸ ਗੱਲ ਨੂੰ ਰੋਕੋ, ਸਾਡਾ ਤਾਂ 84 ਵਾਂਗ ਰਹਿਣਾ ਮੁਸ਼ਕਲ ਹੋ ਜੂ। ਤੁਸੀਂ ਤਾਂ ਪੰਜਾਬ 'ਚ ਬਹੁ ਗਿਣਤੀ 'ਚ ਬੈਠੇ ਹੋ, ਅਸੀਂ ਜਿਹੜੇ ਉੱਤਰਾਖੰਡ 'ਚ ਬੈਠੇ ਹਾਂ, ਜਿਹੜੇ ਦਿੱਲੀ, ਜਿਹੜਾ ਆਲੇ ਦੁਆਲੇ ਬੈਠੇ ਹਾਂ, ਸਾਡੀਆਂ ਜਾਨਾਂ ਦੀ ਵੀ ਪਰਵਾਹ ਕਰੋ। ਤੇ ਇਸ ਲਈ ਜਿਹੜਾ ਸਰਬੱਤ ਦਾ ਭਲਾ ਹੀ ਠੀਕ ਰੱਖੋ, ਨਾ ਕਿ ਇਹ ਠੀਕ ਰੱਖੋ ਕਿ ਤੁਸੀਂ ਬਹੁਤ ਬਹਾਦਰ ਕੌਮ ਹੋ, ਤੁਸੀਂ ਬਾਕੀ ਚੀਜ਼ਾਂ ਨੇ। ਅਸੀਂ ਅੰਦੋਲਨ ਦੇ ਨਾਲ ਹਾਂ, ਪਰ ਅੰਦੋਲਨ ਦੇ ਵਿੱਚ ਜੇਕਰ ਇਹ ਗੱਲਾਂ ਹੋ ਰਹੀਆਂ ਨੇ ਤਾਂ ਸਾਡੀ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਕੰਮ ਹੋ ਜਾਏਗਾ। ਤੇ ਉਦੋਂ ਬਾਅਦ ਹੀ 26 ਤੋਂ ਬਾਅਦ ਹੀ ਜਦੋਂ ਵਾਪਸ ਪੰਜਾਬ ਦੇ ਲੋਕ ਕੁਝ ਡਿਮੋਰਲਾਈਜ਼ ਹੋ ਕੇ ਆਉਣ ਲੱਗੇ, ਆ ਹਰਿਆਣੇ ਦੇ ਉਰਲੇ ਪਾਸੇ ਪਥਰਾਵ ਵੀ ਉਹਨਾਂ 'ਤੇ ਹੋਇਆ ਸਾਰੇ, ਕਿਉਂਕਿ ਜੇ ਇਕਜੁੱਟਤਾ ਇੱਕ ਏਜੰਡੇ 'ਤੇ ਇਕਜੁੱਟਤਾ ਹੈ
ਤੇ ਇੱਕ ਬਾਕੀ ਸਭ ਚੀਜ਼ਾਂ ਤੇ ਇਕਜੁੱਟਤਾ ਨਹੀਂ ਨਾ, ਉਹ ਸਾਰੇ ਖਾਲਿਸਤਾਨ ਬਣਾਉਣ ਲਈ ਥੋੜੀ ਬੈਠੇ ਨੇ ਵੀ ਤੁਹਾਡੀ ਮਦਦ ਕਰਨਗੇ, ਉਹ ਬਾਕੀ ਚੀਜ਼ਾਂ ਤੇ ਨਹੀਂ ਨਾ ਬੈਠਦੇ। ਔਰ ਇਸ ਕਰਕੇ ਜਿਹੜੇ ਉਹ ਕਹਿ ਰਹੇ ਨੇ, ਮੈਨੂੰ ਤਾਂ ਲੱਗਦਾ ਕਿ ਹੁਣ ਉਹ ਆਟੋਮੈਟਿਕਲੀ ਸਭ ਨੂੰ ਇਹ ਪਤਾ ਵੀ ਲੱਗ ਗਿਆ ਹੋਣਾ ਕਿ ਅੰਦੋਲਨ ਬੈਠਾ ਤੁਹਾਡੇ ਕਰਕੇ ਨਹੀਂ, ਤੁਸੀਂ ਤਾਂ ਗਏ ਨਹੀਂ ਨਾ ਬੜੀ ਦੇਰ ਤੋਂ, ਤੇ ਅੰਦੋਲਨ ਤਾਂ ਉੱਥੇ ਹੀ ਹੈ। ਤੇ ਉਹ ਕਈ ਵਾਰ ਗੱਡੇ ਹੇਠ ਕੁੱਤੇ ਵਾਲਾ ਕੰਮ ਹੋ ਜਾਂਦਾ ਵੀ ਗੱਡਾ ਮੇਰੇ ਮੋਢਿਆਂ ਤੇ ਚੱਲਦਾ ਤੇ ਜੇ ਪਿੱਛੇ ਖੜ ਜੋ ਤਾਂ ਨਹੀਂ। ਇਹ ਲੋਕ ਆਪਦਾ ਅੰਦੋਲਨ ਸਮਝ ਕੇ ਉਹਦੇ 'ਚ ਸ਼ਾਮਲ ਨੇ, ਉਹ ਕਿਸੇ ਦੇ ਕਰਕੇ ਨਹੀਂ, ਮੈਂ ਤੇਰੇ ਕਰਕੇ ਗਿਆ, ਮੈਂ ਤੇਰੇ ਕਰਕੇ ਗਿਆ, ਮੈਂ ਤੇਰੇ ਕਰਕੇ। ਆਪਣੇ ਤੌਰ ਤੇ ਵੀ ਆਪਣੇ ਤੌਰ ਤੇ ਵੀ ਬਹੁਤ ਬੰਦੇ ਗਏ ਨੇ। ਮੈਨੂੰ ਉੱਥੇ ਇੱਕ ਮੁੰਡਾ ਮਿਲਦਾ, ਉਹਨੂੰ ਜੱਗੀ ਕਨ੍ਹਈਆ ਹੀ ਕਹਿੰਦੇ ਨੇ ਅੱਜ ਕੱਲ੍ਹ, ਤੁਸੀਂ ਵੀ ਸ਼ਾਇਦ ਗਏ ਹੋਵੋਗੇ ਟਿਕਰੀ ਬਾਰਡਰ ਤੇ। ਹਾਂਜੀ ਹਾਂਜੀ। ਤੇ ਉਹ ਕਹਿੰਦਾ 5 ਮੌਤਾਂ ਹੋ ਗਈਆਂ, ਮੈਂ ਘਰ ਨਹੀਂ ਗਿਆ ਮੌਤਾਂ ਦੇ ਬਾਵਜੂਦ, ਵੀ ਮੈਂ ਕੀ ਕਰਨਾ ਯਾਰ ਜਾ ਕੇ, ਹੁਣ ਤਾਂ ਮੈਂ ਪਾਣੀ ਦੀ ਉਹ ਸੇਵਾ ਕਰਦਾ, ਹੋਰ ਕੁਝ ਨਹੀਂ ਕਰਦਾ, ਸਿਰੇ ਤੋਂ ਸਿਰੇ ਤੱਕ ਪਾਣੀ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਆ। 4 ਮਹੀਨੇ ਹੋ ਗਏ ਸੰਘਰਸ਼ ਉਹੋ ਜਿਹੇ ਲੋਕਾਂ ਦੇ ਆਸਰੇ ਖੜਦਾ, ਜੰਗ ਬੰਦੇ ਜਿਹੜੇ ਬੰਦੇ ਕਮਿਟਮੈਂਟ ਨਾਲ ਨੇ ਕਿ ਜੀ ਜਾਨ ਹੈ, ਹੁਣ ਆਪਾਂ ਇਹਦੇ ਆਸਰੇ ਖੜੇ ਹੋਏ ਆ। ਤੇ ਇਸ ਕਰਕੇ ਹੁਣ ਵੀ ਜਿਹੜਾ ਇੱਕ ਬਿਰਤਾਂਤ ਇਹ ਸਿਰਜਣ ਦੀ ਕੋਸ਼ਿਸ਼ ਹੋ ਰਹੀ ਆ, ਉਦੋਂ ਬਾਅਦ ਵੀ ਦੁਬਾਰਾ ਫਿਰ ਉਹੀ ਫਨੋਮਨਾ ਵਿਕਸਿਤ ਕੀਤਾ ਜਾ ਰਿਹਾ ਕਿ ਲੀਡਰਸ਼ਿਪ ਨੂੰ ਪਤਾ ਨਹੀਂ, ਸੰਘਰਸ਼ ਮੁੜ ਵਿਉਂਤਣਾ ਚਾਹੀਦਾ ਹੈ, ਇਹਦੇ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ, ਖੜੋਤ ਹੈ, ਜੇ ਹੈ ਉਹ ਹੈ। ਔਰ ਸਭ ਤੋਂ ਪਹਿਲੀ ਗੱਲ ਇਹ ਸਮਝ ਨਹੀਂ ਆਉਂਦੀ ਉਹਨਾਂ ਸਾਰਿਆਂ ਨੂੰ ਕਿ ਲੀਡਰਸ਼ਿਪ 11 ਵਾਰ ਗੱਲ ਹੋਈ ਹੈ, ਮੰਨ ਲਓ ਕੋਈ ਆਰਗੂਮੈਂਟ ਦੀ ਕਮੀ ਰਹੀ ਹੈ ਕਿ ਗਵਰਨਮੈਂਟ ਜਿੱਤ ਗਈ ਹੋਵੇ, ਉਹ ਆਰਗੂਮੈਂਟ ਲੋਕਾਂ ਨੂੰ ਬਹੁਤਾ ਦੇ ਗਈ ਹੋਵੇ, ਤੁਹਾਡੇ ਬੰਦਿਆਂ ਤੋਂ ਦਲੀਲ ਨਾ ਦਿੱਤੀ ਗਈ ਹੋਵੇ, ਤੇ ਦਲੀਲ ਦੇ ਪੱਧਰ ਤੇ ਤਾਂ ਗਵਰਨਮੈਂਟ ਪਿੱਛੇ ਬੈਕਫੁੱਟ ਤੇ ਹੈ। ਉਹਨੇ ਕਿਹਾ ਸੌਦਾ ਕਰ ਲੈਂਦੇ ਆ, 1.5 ਸਾਲ ਲਈ ਪੈਂਡਿੰਗ ਕਰ ਦਿੰਦੇ ਆ, ਬਾਕੀ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ, ਇਸੇ ਲਈ ਉਹ ਦੁਬਾਰਾ ਗੱਲ ਨਹੀਂ ਕਰਨਾ ਚਾਹੁੰਦਾ। ਗੱਲ ਤਾਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਦਲੀਲ ਦੇ ਮਾਮਲੇ ਜੇ ਫਿਰ ਵੀ ਕਿਸੇ ਨੂੰ ਲੱਗਦਾ ਤਾਂ ਇਹ ਡਿਮਾਂਡ ਤਾਂ ਕੀਤੀ ਜਾ ਸਕਦੀ ਹੈ ਕਿ ਤੁਸੀਂ ਲਾਈਵ ਟੈਲੀਕਾਸਟ ਨੈਸ਼ਨਲ ਟੀਵੀ ਤੇ ਰੱਖ ਲਓ, ਗਵਰਨਮੈਂਟ ਦੇ ਬੰਦੇ ਬੁਲਾਓ ਜਿਹੜੇ ਤੁਹਾਡੇ ਬੰਦੇ ਨੇ ਕਿ ਕਾਲਾ ਕੀ ਹੈ ਕਾਨੂੰਨ 'ਚ, ਤੇ ਦੂਜੇ ਪਾਸਿਓਂ ਵੀ 5 4 7 ਜੋ ਵੀ ਬੰਦੇ ਨੇ ਉਹ ਬੈਠਣ, ਸਿੱਧੀ ਲੋਕਾਂ ਦੇ ਲਈ ਆਰਗੂਮੈਂਟ ਤੁਸੀਂ ਦੇਖ ਲਓ ਕਿ ਕੀ ਗੱਲ ਤਾਂ ਮੈਨੂੰ ਇੱਕ ਗੱਲ ਆ ਰਹੀ ਸੀ ਦਿਮਾਗ 'ਚ ਕਿ ਕਿਸਾਨ ਜਿਹੜੇ ਨੇ ਉਹ ਕਹਿੰਦੇ ਨੇ ਬਿਲਕੁਲ ਰੱਦ ਕਰਾਉਣੇ ਆ, ਸਰਕਾਰ ਸੌਦਾ ਲਈ ਥੋੜਾ ਹੈਗੀ ਆ ਵੀ ਤਿਆਰ ਆ, ਵਿਚਕਾਰਲਾ ਰਾਹ ਜਿਹੜਾ ਸਮਝੌਤੇ ਵਾਲਾ ਕੀ ਉਹ ਕਰ ਲੈਣਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਉਹਦੇ 'ਚ ਦੇਖੋ ਇੱਕੋ ਹੀ ਗੱਲ ਹੈ, ਪਹਿਲੀ ਪ੍ਰਾਪਤੀ ਤਾਂ ਇਸ ਅੰਦੋਲਨ ਦੀ ਇਹ ਹੈ ਕਿ ਮੋਦੀ ਸਰਕਾਰ ਨੇ ਉਹ ਬੇਲਗਾਮ ਘੋੜੇ ਦੀ ਤਰ੍ਹਾਂ ਚੱਲੀ ਹੈ 7 ਸਾਲ ਤੋਂ, ਨੋਟਬੰਦੀ ਤੋਂ ਲੈ ਕੇ GST ਤੋਂ ਲੈ ਕੇ UAPA NIA CAA ਤੇ ਉਦੋਂ ਬਾਅਦ ਕਿਰਤ ਕਾਨੂੰਨਾਂ ਦਾ ਮਾਮਲਾ ਹੈ, ਜਿੰਨੇ ਵੀ ਕਾਨੂੰਨ ਉਹਨੇ ਬਦਲੇ, ਜਿੰਨੇ ਵੀ ਫੈਸਲੇ ਲਏ, ਇਹ ਤੋਂ ਉਹਨੇ ਕਦੇ ਨਹੀਂ ਇਹ ਕਿਹਾ ਕਿ ਮੈਂ ਗਲਤੀ ਕੀਤੀ ਹੈ। ਲਾਸ ਹੋਇਆ, ਇਕਨੋਮੀ ਬਿਲਕੁਲ ਡੁੱਬ ਗਈ, ਸਾਰਾ ਕੁਝ ਹੋ ਗਿਆ, ਤੇ ਫਿਰ ਵੀ ਉਹਨੇ ਕਦੇ ਮੰਨਿਆ ਨਹੀਂ, ਨਾ ਕਿਸੇ ਨਾਲ ਗੱਲ ਕੀਤੀ। ਬਿਲਕੁਲ ਜਿਹੜੇ ਰਹੇ ਜੰਮੂ ਕਸ਼ਮੀਰ 370 ਤੋੜਤਾ ਹੈ, ਬੰਦੇ ਜੇਲ੍ਹ 'ਚ ਖੁੱਲੀ ਜੇਲ੍ਹ ਵਾਂਗ ਰੱਖੇ ਨੇ ਸਾਰੇ, ਉਹ ਬੰਦੇ ਵੀ ਜਿਹੜੇ ਬੰਦੇ ਚੋਣ ਲੜ ਕੇ ਤੁਹਾਡੇ ਚੀਫ ਮਿਨਿਸਟਰ ਬਣੇ, ਬਾਕੀ ਚੀਜ਼ਾਂ ਬਣੀਆਂ ਉਹ ਵੀ ਅੰਦਰ ਬੰਦ ਰੱਖੇ। ਪਰ ਇਸ ਅੰਦੋਲਨ ਨਾਲ ਪਹਿਲੀ ਵਾਰ ਗੱਲ ਸ਼ੁਰੂ ਹੋਈ ਕਿ ਆਓ ਤੁਸੀਂ ਗੱਲ ਕਰੋ, ਗੱਲ ਕਰਨਾ ਸਟਾਰਟ, ਇਹਦੀ ਮਜ਼ਬੂਤੀ ਸੀ। ਹੁਣ ਸਵਾਲ ਇਹ ਆਉਂਦਾ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਇਹਦੇ 'ਚ ਸੋਧ ਜਿਹੜੀ ਮਰਜ਼ੀ ਕਰਾ ਲਓ, ਇਹ ਹੰਕਾਰ ਦਾ ਹੀ ਸਵਾਲ ਬਣ ਗਿਆ, ਹੋਰ ਤਾਂ ਕੁਝ ਨਹੀਂ ਹੈ। 2 ਕਾਰਨਾਂ ਕਰਕੇ ਸੋਧ ਸ਼ਾਇਦ ਨਹੀਂ ਚੱਲ ਸਕਦੀ। ਨੰਬਰ 1, ਜਦੋਂ ਦਲੀਲ ਇਹ ਹੈ ਕਿ ਇਹ ਕਾਨੂੰਨ ਗੈਰ ਸੰਵਿਧਾਨਕ ਨੇ, ਕੇਂਦਰ ਸਰਕਾਰ ਇਹ 'ਤੇ ਕਾਨੂੰਨ ਬਣਾ ਹੀ ਨਹੀਂ ਸਕਦੀ। ਜਿਹੜੀ ਚੀਜ਼ ਗੈਰ ਸੰਵਿਧਾਨਕ ਹੈ ਉਹ ਸੋਧ ਨਾਲ ਨਹੀਂ ਚੱਲ ਸਕਦੀ, ਤਾਂ ਉਹ ਰੱਦ ਹੋਣ ਨਾਲ ਹੀ ਚੱਲ ਸਕਦੀ ਹੈ ਨਾ, ਉਹਦਾ ਕੋਈ ਮਤਲਬ ਨਹੀਂ। ਜੇ ਤੁਸੀਂ ਗੈਰ ਸੰਵਿਧਾਨਕ ਕਿਸੇ ਚੀਜ਼ ਨੂੰ ਕਹਿੰਦੇ, ਇਹਦਾ ਮਤਲਬ ਸੰਵਿਧਾਨ ਅੱਧਾ ਮੰਨ ਲਓ ਤੇ ਅੱਧਾ ਨਾ ਮੰਨ ਲਓ, ਕੋਈ ਕਾਨੂੰਨ ਅੱਧਾ ਮੰਨ ਲਓ ਅੱਧਾ ਨਾ ਮੰਨ ਲਓ, ਉਹਦੀ ਕੋਈ ਗੱਲ ਨਹੀਂ ਹੁੰਦੀ। ਸੈਕੰਡ ਗੱਲ ਜਿਹੜਾ ਉਹਦਾ ਮੋਟਿਵ ਹੈ, ਉਹਦੀ ਡਾਇਰੈਕਸ਼ਨ ਕਾਰਪੋਰੇਟ ਫਿਲਾਸਫੀ ਦੀ ਡਾਇਰੈਕਸ਼ਨ ਹੈ ਕਿ ਵੱਡੇ ਖੇਤ ਬਣਨਗੇ, ਵੱਡੀਆਂ ਬਣਨਗੇ ਤੇ ਉਹ ਖੇਤੀ ਕਰਨਗੇ, ਕਿਸਾਨ ਉਹਦੇ ਸ਼ਾਮਲ ਕਰੋ। ਜਿਹਦੀ ਡਾਇਰੈਕਸ਼ਨ ਰੌਂਗ ਹੈ ਟੋਟਲੀ, ਉਹ 'ਚ ਸੋਧ ਨਾਲ ਦਿਸ਼ਾ ਨਹੀਂ ਨਾ ਬਦਲ ਜਾਂਦੀ, ਤੇ ਦਿਸ਼ਾ ਨਹੀਂ ਬਦਲ ਜਾਂਦੀ ਤਾਂ ਕੇਵਲ ਅਮੈਂਡਮੈਂਟ ਨਾਲ ਉਹਦਾ ਕੰਮ ਨਹੀਂ ਚੱਲਣਾ। ਇਸ ਲਈ ਗੱਲ ਵੱਡੇ ਉਦੇਸ਼ ਦੀ ਹੈ ਤੇ ਵੱਡੇ ਜਿਹੜੇ ਟੈਕਨੀਕਲਿਟੀ ਦੀ ਵੀ ਹੈ। ਇਹ ਦੋਨੇ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਗਵਰਨਮੈਂਟ ਨੂੰ ਹੰਕਾਰ ਜਾਓ ਨਹੀਂ, ਜੇ ਤੁਸੀਂ ਇੰਨੇ 90% ਸੋਧਾਂ ਮੰਨਣ ਲਈ ਤਿਆਰ ਹੋ, 14 ਸੋਧਾਂ 'ਚ ਕਰ ਦੋ 'ਚ ਬਚਦਾ ਕੀ ਹੈ। ਤੇ ਫਿਰ ਵੀ ਜੇ ਸੋਧ ਮੰਨ ਲੈਂਦੇ ਨੇ, ਥੋੜ੍ਹੀ ਬਹੁਤ ਸੋਧ ਜਿੰਨੀਆਂ ਉਹ ਕਹਿੰਦੇ ਨੇ ਉਨੀਆਂ ਕੁ ਮੰਨ ਲੈਂਦੇ ਨੇ, ਤਾਂ ਕੁਝ ਗੱਲਾਂ ਇਹਦਾ ਮਤਲਬ ਸਵੀਕਾਰ ਕਰ ਲਏ। ਅਸੀਂ ਇੱਕ ਗੱਲ ਤਾਂ ਫਿਰ ਇਹ ਸਵੀਕਾਰ ਕਰ ਲਾਂਗੇ ਕਿ ਤੁਹਾਨੂੰ ਖੇਤੀ ਦੇ ਸਬਜੈਕਟ ਤੇ ਕਾਨੂੰਨ ਬਣਾਉਣ ਦਾ ਹੱਕ ਹੈਗਾ, ਅੱਗੇ ਇੱਕ ਰਸਤਾ ਬਣ ਜਾਊਗਾ ਨਾ। ਅਸੀਂ ਰਸਤਾ ਮੰਨ ਲਿਆ ਥੋੜਾ ਬਹੁਤ, ਉਹਦਾ ਢਾਂਚਾ ਉਮੀ ਰਹਿ ਜਾਊ, ਢਾਂਚਾ ਰਹਿ ਜਾਊਗਾ, ਬਾਅਦ 'ਚ ਕਰਦੇ ਰਹੋ। ਤਾਂ ਇੱਕ ਰਸਤਾ ਤਾਂ ਬਣਾ ਲਿਆ ਨਾ ਤੁਸੀਂ, ਇੱਕ ਝਾਫਾ ਪੱਟਤਾ, ਰਸਤਾ ਤਾਂ ਫਿਰ ਲੋਕ ਆਪੇ ਬਣਾ ਲੈਂਦੇ ਨੇ। ਗੱਲ ਸਹੇ ਦੀ ਨਹੀਂ ਪਏ ਦੀ ਹੈ ਜਿਵੇਂ ਲੋਕ ਕਹਿੰਦੇ ਨੇ। ਤੇ ਇਸੇ ਤਰ੍ਹਾਂ ਦੂਜੀ ਗੱਲ ਇਹ ਹੈ ਕਿ ਇਦੋਂ ਪਹਿਲਾਂ ਵੀ ਇਹ ਹੋਇਆ, ਜਦੋਂ SCZ 2006 'ਚ ਬਣਿਆ ਸੀ,
ਕਾਨੂੰਨ ਗਵਰਨਮੈਂਟ ਆਫ ਇੰਡੀਆ ਦਾ, ਉਹਨੂੰ ਦੇਖ ਕੇ ਰਾਜਾਂ ਦੇ ਬਣੇ ਸਪੈਸ਼ਲ ਇਕਨੋਮਿਕ ਜ਼ੋਨ ਦੇ। ਉਦੋਂ ਵੀ ਸਟੇਟ ਵਿਦਨ ਸਟੇਟ ਕਰਦੇ ਸੀ ਕਿ ਜਿੱਡਾ ਵੱਡਾ SEZ ਦਾ ਇੱਕ ਘੇਰਾ ਹੋਏਗਾ ਉਹਦੇ ਅੰਦਰ ਲੋਕਲ ਪੁਲਿਸ ਨਹੀਂ ਜਾ ਸਕੂਗੀ, ਲੋਕਲ ਰੂਲ ਲਾਗੂ ਨਹੀਂ ਹੋਣਗੇ, ਸਭ ਕੁਝ ਇੱਕ ਟਾਪੂ ਦੀ ਤਰ੍ਹਾਂ ਸੀ। ਉਦੋਂ ਵੀ ਇੱਕ ਅੰਦੋਲਨ ਹੋਇਆ ਸੀ ਕਾਫੀ ਵੱਡਾ, ਜਿਹਦੇ 'ਚੋਂ ਉਦੋਂ UPA ਬੈਕਫੁੱਟ ਤੇ ਚਲੀ ਗਈ। ਉਹ SEZ ਇੰਪਲੀਮੈਂਟ ਕਰਨਾ ਘਟਾਤਾ, ਸਲੋ ਕਰਤੀ ਬਹੁਤ ਚੀਜ਼, ਪਰ ਕਾਨੂੰਨ ਤਾਂ ਬਚਿਆ ਹੋਇਆ, ਕਾਨੂੰਨ ਵਾਪਸ ਨਹੀਂ ਹੋਇਆ, ਮਤਲਬ ਉੱਤੇ ਅਮਲ ਰੋਕ ਦਿੱਤਾ ਗਿਆ ਸੀ। ਉਹਦੇ ਕਾਊਂਟਰ 'ਚੋਂ ਬਣੀਆਂ ਸੀ, ਉਹਦੇ ਕਾਊਂਟਰ 'ਚੋਂ ਮਨਰੇਗਾ ਆਈ ਸੀ, ਉਹਦੇ ਕਾਊਂਟਰ 'ਚੋਂ ਬਾਕੀ ਚੀਜ਼ਾਂ ਆਈਆਂ, ਕੁਝ ਵੀ ਨਹੀਂ, ਲੋਕ ਜ਼ਿਆਦਾ ਤੰਗ ਹੋ ਗਏ, ਆਪਾਂ ਇਹਨੂੰ ਲਿਆਓ। ਉਹਦੇ ਕਾਊਂਟਰ 'ਚੋਂ ਲੈਂਡ ਐਕੁਜੀਸ਼ਨ ਐਕਟ ਬਦਲਿਆ ਗਿਆ ਸੀ ਜਿਹੜਾ 2013 ਦੇ ਵਿੱਚ ਆ ਕੇ ਕੁਝ ਪ੍ਰਾਪਤੀਆਂ ਹੋਈਆਂ ਸੀ ਕਿਸਾਨ ਮੂਵਮੈਂਟ, ਪਰ ਉਹ ਖੋਲ ਪਿਆ ਹੋਇਆ ਜੇ ਡਾਇਰੈਕਸ਼ਨ ਪਈ ਹੋਈ ਹੈ। ਉਹ ਡਾਇਰੈਕਸ਼ਨ ਇਹਨਾਂ ਕਾਨੂੰਨਾਂ ਨੂੰ ਜਨਮ ਦਿੰਦੀ ਹੈ ਜਿਹੜੇ ਅੱਗੇ ਆ ਕੇ। ਇਸ ਕਰਕੇ ਜੇ ਇਹਨੂੰ ਇਸ ਰੂਪ 'ਚ ਮੰਨਿਆ ਜਾਂਦਾ ਕਿਸੇ ਰੂਪ 'ਚ, ਤਾਂ ਮੈਨੂੰ ਲੱਗਦਾ ਕਿ ਉਹਦੇ ਲਾਸ ਹੋਏਗਾ ਡਾਇਰੈਕਸ਼ਨ ਦੇ ਪੱਧਰ ਤੇ, ਅੱਗੇ ਲਈ ਮੌਕਾ ਕਿਸੇ ਨੂੰ ਵੀ ਦੇਣ ਦੇ ਲਈ, ਮਤਲਬ ਉਹ ਆਧਾਰ ਬਣਿਆ ਰਹੇਗਾ। ਮਤਲਬ ਰੱਦ ਹੋਣੀ ਜ਼ਰੂਰੀ ਆ। ਹਾਂ, ਲੱਗਦਾ ਇਹੀ ਹੈ, ਕਿਉਂਕਿ ਇਹਦੇ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਬਾਕੀ ਇੱਕ ਅਲੱਗ ਚੀਜ਼ ਹੁੰਦੀ ਹੈ ਕਿ ਜੇਕਰ ਕਈ ਵਾਰ ਅੰਦੋਲਨ ਦੇ ਆਗੂਆਂ ਨੇ ਸੋਚਣਾ ਹੁੰਦਾ, ਕਈ ਵਾਰ ਉਹਨਾਂ ਨੂੰ ਲੱਗਦਾ ਕਿਉਂਕਿ ਤਾਕਤਾਂ ਦੇ ਤਵਾਜ਼ਨ ਨਾਲ ਚੀਜ਼ਾਂ ਹੁੰਦੀਆਂ ਨੇ ਜੰਗਾਂ ਦੇ ਵਿੱਚ, ਔਰ ਜੰਗ ਕਿਹੋ ਜਿਹੀ ਹੋ ਰਹੀ ਹੈ ਉਹਦੇ ਮੁਤਾਬਕ ਹੈ। ਕਈ ਵਾਰ ਜੰਗ 'ਚ ਇੱਕ ਕਦਮ ਪਿੱਛੇ, ਦੋ ਕਦਮ ਅੱਗੇ, ਇਹ ਚੀਜ਼ਾਂ ਵੀ ਕਰਨੀਆਂ ਪੈਂਦੀਆਂ ਨੇ। ਔਰ ਬੜੀ ਵਾਰ ਜਿਵੇਂ ਇਹ ਵੀ ਹੋਇਆ, ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਦਾ ਕਿਲ੍ਹਾ ਛੱਡਤਾ, ਉਹਨਾਂ ਦੇ ਕਹੇ ਤੇ ਵੀ ਚਲੋ ਇੰਨਾ ਮੰਨ ਲੈਂਦੇ ਆ, ਇੰਨਾ ਮੰਨ ਲੈਂਦੇ ਆ, ਠੀਕ ਹੈ, ਉਹ ਫੇਰ ਕਰ ਗਏ, ਪਰ ਗੁਰੂ ਗੋਬਿੰਦ ਸਿੰਘ ਨੇ ਲੜਨਾ ਤਾਂ ਨਹੀਂ ਛੱਡਿਆ ਨਾ। ਲੜਾਈ ਅੰਤ ਤੱਕ ਰਹੀ, ਜਿੰਨਾ ਚਿਰ ਬੰਦਾ ਬਹਾਦਰ ਆ ਕੇ ਇੱਥੇ ਉਹ ਸਕਸੈਸ ਨਹੀਂ ਹੋ ਗਿਆ, ਤੇ ਉਹ ਲੜਾਈ ਉਸੇ ਪੱਧਰ ਤੇ ਕੰਟੀਨਿਊ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੋ ਜਾਏਗਾ ਜੇਕਰ ਕੋਈ ਇਹ ਕਹੇ ਕਿ ਜੇ ਇਹ ਜਿਹੜਾ ਬੰਦਾ ਅਗਵਾਈ ਕਰ ਰਿਹਾ ਉਸ ਸਮੇਂ ਉਹਨੇ ਬਹੁਤ ਚੀਜ਼ਾਂ ਦੇਖਣੀਆਂ ਨੇ, ਜਿਹੜੇ ਬੰਦੇ ਬਾਹਰ ਨੇ ਸ਼ਾਇਦ ਉਹਨਾਂ ਨੇ ਇਕੱਲਾ ਥਿਓਰੀਟੀਕਲ ਸਟੈਂਡ ਗੱਲਬਾਤ ਦੇਖਣੀ ਹੁੰਦੀ ਹੈ, ਉਹਨੂੰ ਅੰਦਰਲਾ ਅੰਦਾਜ਼ਾ ਵੀ ਹੁੰਦਾ ਤੇ ਉਹਨੂੰ ਬਾਹਰਲਾ ਅੰਦਾਜ਼ਾ ਵੀ ਹੁੰਦਾ। ਇੰਨਾ ਕੁ ਮੈਨੂੰ ਲੱਗਦਾ ਜਿਹੜਾ ਸਪੇਸ ਹੈ ਲੀਡਰਸ਼ਿਪ ਤੇ ਛੱਡ ਦੇਣੀ ਚਾਹੀਦੀ ਹੈ ਕਿ ਉਸ ਸਟਰਗਲ ਦੇ ਲਿਹਾਜ਼ ਦੇ ਨਾਲ ਜੋ ਵੀ ਉਹ ਫੈਸਲਾ ਕਰਨਗੇ 32 ਜਥੇਬੰਦੀਆਂ ਜਾਂ ਸੰਯੁਕਤ ਮੋਰਚਾ ਰਲ ਕੇ, ਉਹ ਆਪ ਹੀ ਕੋਈ ਨਾ ਕੋਈ ਦਲੀਲ ਦੇਗਾ, ਕੋਈ ਲੌਜਿਕ ਦੇਗਾ, ਉਸ ਤੋਂ ਬਾਅਦ ਦੇਖਿਆ ਜਾ ਸਕਦਾ ਕਿ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਤੁਹਾਨੂੰ ਕੀ ਲੱਗਦਾ ਅੱਗੇ ਤੁਸੀਂ ਕਿੱਥੇ ਖੜਾ ਦੇਖਦੇ ਹੋ, ਅੱਗੇ ਕੀ ਹੋ ਸਕਦਾ? ਨਹੀਂ, ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਹੁਣ ਮਾਹੌਲ ਬਣਦਾ ਜਾ ਰਿਹਾ ਹੈ ਉਹਦੇ 'ਚ ਜਿਹੜਾ ਸਰਕਾਰ ਦੀ ਕ੍ਰੈਡੀਬਿਲਿਟੀ ਦਾ ਸਵਾਲ ਹੈ, ਭਰੋਸੇ ਦਾ ਸਵਾਲ ਹੈ, ਗਵਰਨਮੈਂਟ ਆਫ ਇੰਡੀਆ ਦਾ ਵੀ ਔਰ ਐਜ ਏ ਪਰਸਨ ਨਰਿੰਦਰ ਮੋਦੀ ਦਾ ਵੀ, ਉਹ ਭਰੋਸਾ ਡਿੱਗ ਰਿਹਾ ਬੜੀ ਵੱਡੀ ਪੱਧਰ 'ਤੇ। ਇੰਟਰਨੈਸ਼ਨਲੀ ਛਵੀ ਬਿਲਕੁਲ ਖਰਾਬ ਹੋ ਚੁੱਕੀ ਹੈ ਉਸ ਪੱਧਰ 'ਤੇ। ਹੁਣ ਕਿਸਾਨ ਅੰਦੋਲਨ ਦੇ ਨਾਲ ਰਲ ਕੇ ਕਰੋਨਾ ਦੀ ਵਿਉਂਤਬੰਦੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਹੈਂਡਲ ਕੀਤਾ ਹੈ, ਉਹਦੇ 'ਚੋਂ ਬਿਲਕੁਲ ਲਾਚਾਰ ਹੋ ਗਏ, ਕਿਉਂਕਿ ਜਿਹੜੇ ਬੰਦੇ ਕਿਸਾਨ ਅੰਦੋਲਨ ਨਾਲ ਦੇਖ ਕੇ ਨਾਲ ਨਹੀਂ ਸੀ ਆਉਂਦੇ, ਹੁਣ ਹਰ ਦੂਜੇ ਘਰ 'ਚ ਕਰੋਨਾ ਦਾ ਸੇਕ ਪੂਰੇ ਸੂਬਿਆਂ 'ਚ ਗਿਆ ਹੈ, ਤੇ ਜਿਹਨੂੰ ਆਕਸੀਜਨ ਨਹੀਂ ਮਿਲੀ, ਕਰੋਨਾ ਕਰਕੇ ਨਹੀਂ, ਐਡੀਆਂ ਮੌਤਾਂ ਹੋਈਆਂ ਨੇ ਤੁਹਾਡੀ ਨਲਾਇਕੀ ਕਰਕੇ, ਕਿ ਤੁਸੀਂ ਆਕਸੀਜਨ ਨਹੀਂ ਦੇ ਪਾਏ, ਤੁਸੀਂ ਬੈੱਡ ਨਹੀਂ ਦੇ ਪਾਏ, ਹਸਪਤਾਲ ਨਹੀਂ ਦੇ ਪਾਏ, ਡਾਕਟਰ ਨਹੀਂ ਦੇ ਪਾਏ, ਸਟਾਫ ਨਹੀਂ ਮੈਡੀਕਲ ਦੇ ਪਾਏ। ਇਹ ਤਾਂ ਲੋਕਾਂ ਨੂੰ ਦਿਖਾਈ ਦਿੰਦਾ। ਤੇ ਗੰਗਾ ਮਾਤਾ ਨੇ ਬੁਲਾਇਆ, ਜਿਹੜਾ ਬਨਾਰਸ ਦੇ ਵਿੱਚ ਪ੍ਰਾਈਮ ਮਿਨਿਸਟਰ, ਤੇ ਉਸੇ ਗੰਗਾ ਮਾਤਾ ਦੇ ਵਿੱਚ ਲਾਸ਼ਾਂ ਰੁੜਦੀਆਂ ਜਾ ਰਹੀਆਂ ਨੇ, ਤੇ ਲੋਕ ਤਾਂ ਦੇਖ ਰਹੇ ਨੇ ਨਾ। ਇਹ ਗੱਲ ਤਾਂ ਸਮਝਾਉਣ ਦੀ ਵੀ ਲੋੜ ਨਹੀਂ ਜਦੋਂ ਅੱਖੀਂ ਦਿਖਦਾ। ਇਸ ਕਰਕੇ ਦੇਸ਼ ਦੇ ਵਿੱਚ ਵੀ ਇਹਦਾ ਫਰਕ ਪੈ ਰਿਹਾ, ਔਰ ਇਹਦਾ ਅੰਦਾਜ਼ਾ ਸਾਫ਼ ਦਿਖ ਰਿਹਾ। ਚਾਹੇ ਤਾਂ 4 ਰਾਜਾਂ ਦੀਆਂ ਚੋਣਾਂ ਸੀ, ਵੈਸਟ ਬੰਗਾਲ ਦੀ ਚੋਣ ਵੀ ਦੇਖੋ, ਪੰਚਾਇਤੀ ਰਾਜ ਦੀਆਂ ਚੋਣਾਂ ਜਿਹੜੀਆਂ ਯੂਪੀ ਦੇ ਵਿੱਚ ਹੋਈਆਂ ਨੇ। ਯੂਪੀ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਯੂਪੀ ਤੋਂ ਬਿਨਾਂ ਇਹਨਾਂ ਦਾ ਪ੍ਰਾਈਮ ਮਿਨਿਸਟਰ ਨਹੀਂ ਬਣਦਾ। 80 ਸੀਟਾਂ ਨੇ, ਜਿਹ 'ਚੋਂ 62 ਇਸ ਵਾਰ ਵੀ ਜਿੱਤ ਗਏ ਪਾਰਲੀਮੈਂਟ ਦੀਆਂ। ਤੇ ਯੂਪੀ ਇਸ ਕਰਕੇ ਵੀ ਮਹੱਤਵਪੂਰਨ ਹੈ, ਯੂਪੀ ਨਾਰਮਲੀ ਐਵਰੇਜ ਪੇਂਡੂ ਜਿਹੜਾ 77.73% ਪਾਪੂਲੇਸ਼ਨ ਪਿੰਡਾਂ 'ਚ ਰਹਿੰਦੀ ਹੈ। ਇਹਦਾ ਮਤਲਬ 77.73% ਲੋਕਾਂ ਨੇ ਵੋਟਾਂ ਪਾਈਆਂ ਨੇ ਉਹਦੇ 'ਚ, ਪੰਚਾਇਤੀ 'ਚ। ਤੇ ਜਿੱਥੇ ਬੀਜੇਪੀ ਬਿਲਕੁਲ ਪਿੱਛੇ ਚਲੀ ਗਈ, ਇੰਡੀਪੈਂਡੈਂਟ ਉੱਥੇ ਸਭ ਤੋਂ ਜ਼ਿਆਦਾ ਜਿੱਤੇ, ਸੈਕੰਡ ਸਮਾਜਵਾਦੀ ਪਾਰਟੀ, ਥਰਡ ਬੀਜੇਪੀ, ਤੇ ਉਦੋਂ ਬਾਅਦ ਦੇ ਬਾਕੀ ਦੀਆਂ ਚੀਜ਼ਾਂ ਨੇ। ਉਹਦੇ 'ਚੋਂ ਲੋਕਾਂ ਦੀ ਨਬਜ਼ ਪਤਾ ਲੱਗਦੀ ਹੈ। ਉਹਦੇ 'ਚ ਕਿਸਾਨ ਅੰਦੋਲਨ ਦਾ ਵੀ ਅਸਰ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜਾ ਇਹਨਾਂ ਨੇ ਮੁਜ਼ੱਫਰਪੁਰ ਹਿੰਦੂ ਮੁਸਲਮ ਕਿਸਾਨ, ਉੱਥੇ ਮੁਸਲਮ ਵੀ ਬਹੁਤ ਕਿਸਾਨ ਨੇ ਤੇ ਬਾਕੀ ਵੀ ਨੇ, ਲੜਾਈ ਕਰਾਈ ਸੀ। ਤੇ ਹੁਣ ਇਹਦੇ ਦੌਰਾਨ ਉਹ ਨੇੜੇ ਆਏ ਨੇ, ਉਹ ਜਿਹੜੇ ਘੱਟੋ ਘੱਟ ਜੱਫੀਆਂ ਪਾਈਆਂ ਨੇ, ਕਈ ਆਰਗੇਨਾਈਜੇਸ਼ਨਾਂ ਇਕੱਠੀਆਂ ਹੋਈਆਂ ਨੇ, ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਇਕੱਠੇ ਹੋ ਕੇ ਸੋਚਣ ਲੱਗ ਗਏ ਤਾਂ ਆਟੋਮੈਟਿਕਲੀ ਉਹ ਪੋਲੀਟਿਕਸ ਡਿਫੀਟ ਹੋ ਗਈ ਜਿਹੜੀ ਬੀਜੇਪੀ ਕਰਨਾ। ਇਹ ਜਿਹੜੀ ਕਮਜ਼ੋਰੀ ਹੈ ਉਭਰਾ ਲਾ ਰਹੀ, ਉਹ ਦਿਖਾਈ ਦੇ ਰਹੀ ਹੈ। ਬੀਜੇਪੀ ਦੇ ਅੰਦਰੋਂ ਵੀ ਆਵਾਜ਼ਾਂ ਆਉਣ ਲੱਗੀਆਂ ਨੇ। ਤੇ ਪਹਿਲਾਂ ਤਾਂ ਚਾਹੇ ਸਤਪਾਲ ਮਲਿਕ ਨੇ ਕਿਹਾ ਸੀਗਾ ਵੀ ਤੁਸੀਂ ਇਹ ਪੰਗਾ ਨਾ ਲਓ, ਇਹ 300 ਸਾਲ ਵੀ ਬੈਠੇ ਰਹਿੰਦੇ ਨੇ ਜਾਂ ਕੋਈ ਜੋ ਗੱਲ ਹੈ। ਤੇ ਇਹ ਮਤਲਬ ਪਿੱਛੇ ਜਨਰਲ ਡਾਇਰ ਤੋਂ ਲੈ ਕੇ ਇੰਦਰਾ ਗਾਂਧੀ ਤੋਂ ਲੈ ਕੇ ਉਹਨੇ ਸਾਰੀਆਂ ਚੀਜ਼ਾਂ ਵੀ ਗਣਾਈਆਂ ਗੁਣਾਈਆਂ, ਤੇ ਤੁਸੀਂ ਇਹਨਾਂ ਨੂੰ ਖਾਲੀ ਹੱਥ ਨਾ ਮੋੜੋ, ਮਾੜਾ ਮੋਟਾ ਠੀਕ ਤੋਰੋ। ਤੇ ਇਹਦੇ ਤੋਂ ਬਿਨਾਂ ਵੀ ਈਵਨ RSS ਦੇ ਵੀ ਜਿਹੜਾ ਭਾਰਤੀ ਮਜ਼ਦੂਰ ਸੰਘ ਹੈ, ਜਿੱਦਾਂ ਕਿਸਾਨ ਸੰਘ ਹੈ,
ਉਹ ਸ਼ੁਰੂ ਤੋਂ ਇਹਨਾਂ ਕਾਨੂੰਨਾਂ ਦੇ ਖਿਲਾਫ ਹੈ। ਉਹਦਾ ਕਿਸਾਨ ਸੰਘ ਤਾਂ ਘੱਟੋ ਘੱਟ ਫੇਵਰ ਚਾਹੀਦਾ ਨਾ, ਜੇ ਅੰਦੋਲਨ ਦੀ ਗੱਲ ਹੈ। ਤੇ ਮੈਂ ਸਭ ਤੋਂ ਪਹਿਲਾਂ ਕਾਫੀ ਦੇਰ ਪਹਿਲਾਂ ਉਹਦੀ ਇੰਟਰਵਿਊ ਵੀ ਛਾਪੀ ਸੀ, ਬਦਰੀ ਨਾਰਾਇਣ ਚੌਧਰੀ ਜਿਹੜਾ ਜਨ ਸੈਕਟਰੀ ਆ ਉਹਦਾ। ਉਹ ਕਹਿੰਦਾ ਵੀ ਅਸੀਂ ਐਂ ਤਾਂ ਨਹੀਂ ਅੰਦੋਲਨ ਕਰ ਸਕਦੇ ਅੰਦਰ ਆ, ਪਰ ਲਿਖ ਕੇ ਭੇਜ ਚੁੱਕੇ ਆ, ਇੰਨੇ ਲੋਕਾਂ ਤੋਂ ਮੈਮੋਰੈਂਡਮ ਦਵਾ ਚੁੱਕੇ ਹੁਣ ਉਹ ਟੀਵੀ ਤੇ ਆਉਣ ਵੀ ਲੱਗ ਗਿਆ, ਟੀਵੀ ਤੇ ਆ ਕੇ ਵੀ ਕਹਿੰਦਾ ਕਿ ਇਹ ਗਲਤ ਗੱਲ ਹੈ। ਇਹਦਾ ਮਤਲਬ ਅੰਦਰ ਵੀ ਇੱਕ ਹਿੱਸਾ ਉਹਦੇ ਆਵਾਜ਼ ਉਸ ਲੈਵਲ ਤੇ ਗੱਲ ਕਰ ਰਿਹਾ। ਜਦੋਂ ਅੰਦਰੋਂ ਤੇ ਬਾਹਰੋਂ ਕੋਈ ਵੀਕ ਹੁੰਦਾ ਸਾਹਮਣੇ ਵਾਲਾ ਬੰਦਾ ਜਿਹਦੇ ਨਾਲ ਲੜਾਈ ਹੋ ਰਹੀ ਹੁੰਦੀ ਹੈ, ਤਾਂ ਚਾਂਸ ਵੱਧ ਜਾਂਦੇ ਨੇ ਤੁਹਾਡੀ ਗੱਲ ਮੰਨਣ ਦੇ। ਗੱਲ ਕੇਵਲ ਇੰਨੀ ਹੋ ਹੈ ਕਿ ਸੌਖਾ ਰਾਹ ਨਹੀਂ ਹੈ, ਅਜੇ ਲੰਮਾ ਚੱਲ ਸਕਦਾ। 22 ਦੀ ਇਲੈਕਸ਼ਨ ਹੈ ਯੂਪੀ 'ਚ, 8-10 ਮਹੀਨੇ ਹੋ ਗਏ ਹੈ ਨਾ, ਸ਼ਾਇਦ ਉਦੋਂ ਤੱਕ ਤਾਂ ਅੰਦੋਲਨ ਭਖਾਉਣਾ ਹੀ ਪਊਗਾ, ਕਿਉਂਕਿ ਉਹਦੇ ਤੋਂ ਬਿਨਾਂ ਨਹੀਂ ਹੋ ਸਕਦਾ। 22 ਦੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਮੰਨਣ, ਇਹ ਜ਼ਰੂਰੀ ਨਹੀਂ ਹੈ ਮਹੀਨੇ ਬਾਅਦ ਮੰਨਣਾ, ਇਸ ਲਈ ਹਲੇ ਮੰਨ ਨਹੀਂ ਰਿਹਾ ਜੀ। ਹਾਂ, ਮੰਨਣ ਦੀ ਗੱਲ ਵੀ ਦੱਸ ਦਿਓ। ਮੰਨਣ ਦਾ ਨਾ ਮੰਨਣ ਦਾ ਕਾਰਨ ਹੁੰਦਾ ਕਿ ਜਿਹੜੇ ਵੀ ਤਾਨਾਸ਼ਾਹ ਰੁਚੀ ਦਾ ਕੋਈ ਆਦਮੀ ਹੁੰਦਾ, ਉਹ ਜਦੋਂ ਆਪਣੀ ਡਿਫੀਟ ਫੀਲ ਕਰਦਾ ਤਾਂ ਉਹ ਸੁਇਸਾਈਡਲ ਟੈਂਡੈਂਸੀ 'ਚ ਜਾਂਦਾ, ਜਾਂ ਉਹ ਜਿੱਤਣ ਦੀ ਟੈਂਡੈਂਸੀ 'ਚ ਜਾਂਦਾ, ਜਾਂ ਉਹ ਮਰਨ ਦੀ ਟੈਂਡੈਂਸੀ 'ਚ ਜਾਂਦਾ। ਇਹ ਇੱਕ ਮੈਂਟੈਲਿਟੀ ਹੈ, ਇੱਕ ਮਾਨਸਿਕਤਾ ਹੈ। ਸ਼ਾਇਦ ਇਸੇ ਮਾਨਸਿਕਤਾ ਦੇ ਵਿੱਚੋਂ ਉਹ ਨਾ ਆਪਣੇ ਕੈਬਨਿਟ ਵਾਲਿਆਂ ਨੂੰ ਕਿਸੇ ਮਾਮਲੇ 'ਚ ਪੁੱਛਦਾ, ਨਾ ਉਹ ਕਿਸੇ ਬਾਕੀ ਚੀਫ ਮਿਨਿਸਟਰ ਕਹਿੰਦੇ ਨੇ ਵੀ ਸਾਨੂੰ ਇਕੱਲਾ ਫੋਨ ਹੀ ਕਰਦਾ, ਸਾਡੀ ਗੱਲ ਤਾਂ ਸੁਣਦਾ ਹੀ ਨਹੀਂ। ਕਈ ਚੀਫ ਮਿਨਿਸਟਰ ਤਾਂ ਖੁੱਲ੍ਹ ਕੇ ਕਹਿਣ ਲੱਗ ਗਏ ਨਾ ਹੁਣ ਕਿ ਵੀ ਅਸੀਂ ਬੰਧੂਆ ਮਜ਼ਦੂਰ ਥੋੜ੍ਹੀ ਹਾਂ, ਤੂੰ ਸਾਨੂੰ ਇਕੱਲਾ ਡਿਕਟੇਟ ਕਰੇਗਾ, ਸਾਡੀ ਗੱਲ ਨਹੀਂ ਸੁਣੇਗਾ। ਜਿਹੜਾ ਇਹ ਮਾਨਸਿਕਤਾ ਦਾ ਜਦੋਂ ਮਾਹੌਲ ਆਉਂਦਾ ਤਾਂ ਫਿਰ ਉਹ ਬਹੁਤ ਵੱਡਾ ਲਾਸ ਕਰਾ ਕੇ ਹੀ ਮੰਨਦਾ, ਮਤਲਬ ਨੋਰਮਲ ਤਰੀਕੇ ਨਾਲ ਨਹੀਂ ਮੰਨਦਾ। ਪਰ ਜੇ ਉਹਦਾ ਐਟੀਟਿਊਡ ਡੈਮੋਕ੍ਰੈਟਿਕ ਹੋਵੇ, ਜੇ ਬੀਜੇਪੀ ਦੇ ਅੰਦਰ ਕੋਈ ਇਹੋ ਜਿਹੇ ਸੁਹਿਰਦ ਬੰਦੇ ਹੋਣ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਜ਼ਿਆਦਾ ਵੱਡਾ ਨੁਕਸਾਨ ਹੋ ਜੂ, ਅੰਦਰੋਂ ਕੋਈ ਗੱਲ ਉਹਨਾਂ ਨੂੰ ਕਹਿਣ ਕਿ ਉਹਦੀ ਨਕੇਲ ਖਿੱਚੋ। ਪਿਛਲੇ ਸੰਡੇ ਖੈਰ ਗੱਲ ਕੀਤੀ ਹੈ, ਪਤਾ ਨਹੀਂ ਕੀ ਕੀਤੀ, ਅਜੇ ਗੱਲ ਨਹੀਂ ਬਾਹਰ ਆਈ। ਮੋਹਨ ਭਾਗਵਤ ਨੇ ਤਿੰਨੇ ਵੱਡੇ ਲੀਡਰਾਂ ਨੂੰ ਬੁਲਾਇਆ ਸੀ, JP ਨੱਡਾ ਨੂੰ, ਮੋਦੀ ਨੂੰ ਤੇ ਅਮਿਤ ਸ਼ਾਹ ਨੂੰ, ਤੇ ਉਹਦੀ ਡਿਟੇਲ ਤਾਂ ਬਾਹਰ ਖੈਰ ਨਹੀਂ ਆਈ ਕਿਉਂਕਿ ਉਹਨਾਂ ਆਪਸ 'ਚ ਹੀ ਬੰਦੇ ਨੇ ਤੇ ਬਾਕੀ ਨਹੀਂ ਆਈ। ਇਟ ਮੀਨਸ ਅੰਦਰ ਕਿਤੇ ਨਾ ਕਿਤੇ ਬੇਚੈਨੀ ਤਾਂ ਹੈ, ਬੇਚੈਨੀ ਹੈ, ਤੇ ਜਿਹਦੇ ਕਰਕੇ ਵੀ ਇਹਨਾਂ ਦੇ ਇਹ ਕੰਮਾਂ ਨੂੰ ਨਜਿੱਠੀਏ ਕਿਵੇਂ। ਤੇ ਅੰਦੋਲਨ ਦਾ ਇਹ ਲੱਗਦਾ ਕਿ ਹੁਣ ਇਹ ਅੰਦੋਲਨ ਦੇ ਮੈਨੂੰ ਤਾਂ ਲੱਗਦਾ ਸਬਰ ਦਾ ਹੀ ਇਮਤਿਹਾਨ ਹੈ ਨਾ, ਕਿ ਤੁਸੀਂ ਕਿੰਨਾ ਲੰਮਾ ਸਬਰ ਦਿਖਾ ਰਹੇ ਹੋ। ਤੇ ਹੁਣ ਤੱਕ ਹੀ ਇਹ ਦੁਨੀਆ ਦਾ ਸਭ ਤੋਂ ਬੜਾ ਲੰਮਾ ਤੇ ਐਡੀ ਤਾਦਾਦ ਵਾਲਾ ਅੰਦੋਲਨ ਹੈ, ਤੇ ਇਤਿਹਾਸ ਸਿਰਜ ਰਿਹਾ। ਸ਼ਾਇਦ ਹੋਰ ਨਵਾਂ ਇਤਿਹਾਸ ਵੀ ਇਹਦੇ ਖਾਤੇ ਪੈਣਾ ਜਿਸ ਲੈਵਲ ਦਾ ਵੀ ਹੋਏਗਾ। ਔਰ ਅਜੇ ਤੱਕ ਵੀ ਜਿੰਨੇ ਬੰਦਿਆਂ ਕੋਲ ਜਾ ਕੇ ਮਿਲਦੇ ਆ ਤੇ ਬਾਕੀ ਗੱਲਾਂ ਕਰਦੇ ਆ ਕਿ ਉਹ ਡਿਮੋਰਲਾਈਜ਼ ਨਹੀਂ ਹੈ, ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਅਸੀਂ ਫਸੇ ਹੋਏ ਹਾਂ ਜਾਂ ਇਹ ਕਰ ਰਹੇ ਹਾਂ, ਤਿਆਰ ਅੱਗੇ ਜਾਣ ਲਈ ਤਿਆਰ ਹੈ। ਪਰ ਲੀਡਰਸ਼ਿਪ ਨੂੰ ਜ਼ਰੂਰ ਹੈ, ਜਿਹੜੀਆਂ 32 ਦੀਆਂ 32 ਜਥੇਬੰਦੀਆਂ ਪੰਜਾਬ ਦੀਆਂ ਨੇ ਤੇ ਬਾਕੀ ਉਹਨਾਂ ਦੀ ਇਕਜੁੱਟਤਾ ਬਣੀ ਰਹੇ। ਉਹ ਕਿਸ ਢੰਗ ਨਾਲ ਇਕਜੁੱਟ ਹੈ। ਕਈ ਵਾਰ ਲੀਡਰਸ਼ਿਪ 'ਚ ਕੁਝ ਸੱਜਣ ਇਹੋ ਜਿਹੇ ਆਉਂਦੇ ਨੇ ਜਿਹੜੇ ਇੱਧਰ ਉੱਧਰਲੀਆਂ ਗੱਲਾਂ ਪਬਲਿਕਲੀ ਆ ਕੇ ਜਦੋਂ ਕਰਦੇ ਨੇ ਤਾਂ ਥੋੜ੍ਹਾ ਬਹੁਤ ਚੀਜ਼ਾਂ ਉਹਦੇ 'ਚ ਵਿਗਾੜ ਪੈਂਦਾ। ਅੰਦਰਲੀਆਂ ਗੱਲਾਂ ਪਬਲਿਕਲੀ ਕਰਨ ਦੀ ਵੀ ਤੁਸੀਂ ਅੰਦਰ ਜੋ ਮਰਜ਼ੀ ਰੱਖੋ, ਆਪਣੀ ਰਾਏ ਰੱਖੋ, ਜੋ ਮਰਜ਼ੀ ਕਰੋ, ਪਰ ਪਬਲਿਕਲੀ ਕਰਨ ਦੇ ਨਾਲ ਥੋੜ੍ਹਾ ਜਿਹਾ ਅਸਰ ਪੈਂਦਾ ਜੀ। ਹਾਂਜੀ, ਅੱਗੇ ਹਮੀਰ ਸਿੰਘ ਜੀ, ਚੋਣਾਂ ਆ ਰਹੀਆਂ ਜੀ ਪੰਜਾਬ ਦੀਆਂ, ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਕੀ ਭੂਮਿਕਾ ਰਹੂਗੀ? ਅੰਦੋਲਨ ਚੱਲਦਾ ਵੀ ਰਹੂਗਾ ਉਦੋਂ ਤੱਕ, ਤਾਂ ਉਦੋਂ ਕੀ ਭੂਮਿਕਾ ਰਹੂਗੀ? ਮੈਨੂੰ ਇਹ ਲੱਗਦਾ ਕਿ ਕਿਸਾਨ ਜਥੇਬੰਦੀਆਂ ਦੀ ਬਾਕੀ ਸੂਬਿਆਂ 'ਚ ਸੌਖਾ ਕੰਮ ਹੈ। ਜਿਵੇਂ ਯੂਪੀ 'ਚ ਹੈ, ਯੂਪੀ 'ਚ ਉਹ ਸੱਦਾ ਦੇ ਸਕਦੀਆਂ ਨੇ ਵੀ ਜਿਹੜਾ BJP ਨੂੰ ਹਰਾਊਗਾ ਉਹਨੂੰ ਵੋਟ ਪਾ ਦਿਓ, ਜਿਵੇਂ ਪੱਛਮੀ ਬੰਗਾਲ 'ਚ ਦਿੱਤਾ। ਪਰ ਪੰਜਾਬ 'ਚ ਇਹੋ ਜਿਹਾ ਕੋਈ ਸੀਨ ਨਹੀਂ ਨਜ਼ਰ ਆ ਰਿਹਾ ਨਾ। ਸੀਨ ਪੰਜਾਬ ਦੇ ਵਿੱਚ ਤਾਂ ਲੜਾਈ 'ਚ BJP ਅਜੇ ਤੱਕ ਤਾਂ ਮੈਟਰ ਨਹੀਂ ਕਰਦੀ। ਅਜੇ ਤੱਕ 23 ਤੋਂ ਵੱਧ ਸੀਟਾਂ ਤੇ BJP ਨੇ ਕਦੇ ਨਹੀਂ ਲੜੀਆਂ। ਪੰਜਾਬ ਦੀਆਂ ਬਾਕੀ ਤਿੰਨੇ ਪਾਰਟੀਆਂ ਨੇ, ਕਾਂਗਰਸ ਹੈ, ਅਕਾਲੀ ਦਲ ਹੈ ਤੇ ਆਪ, ਜਿਹੜੀਆਂ ਕੰਟੈਂਡਰ ਨੇ ਸਰਕਾਰ ਬਣਾਉਣ ਦੀਆਂ ਪਹਿਲਾਂ ਤੋਂ ਲੈ ਕੇ ਹੁਣ ਤੱਕ, ਉਹ ਤਿੰਨੇ ਕਿਸੇ ਨਾ ਕਿਸੇ ਰੂਪ 'ਚ ਕਹਿੰਦੀਆਂ ਨੇ ਕਿ ਅਸੀਂ ਕਿਸਾਨ ਅੰਦੋਲਨ ਦੇ ਪੱਖ 'ਚ ਹਾਂ, ਚਾਹੇ ਪ੍ਰੈਸ਼ਰ 'ਚ ਨੇ, ਚਾਹੇ ਜਿਹੜੇ ਮਰਜ਼ੀ ਮਾਮਲੇ ਦੇ ਵਿੱਚ ਨੇ। ਤੇ ਇਸ ਸਮੇਂ ਦੇ ਵਿੱਚ ਪਰ ਤਿੰਨੇ ਇੱਕੋ ਪਲੇਟਫਾਰਮ ਤੇ ਨੇ, ਕੋਈ ਤਿੰਨਾਂ ਦੇ ਵਿੱਚ ਪਾਲਿਸੀ ਲੈਵਲ ਦਾ ਕੋਈ ਡਿਫਰੈਂਸ ਨਹੀਂ। ਮੰਨ ਲਓ ਕੱਲ੍ਹ ਨੂੰ ਉਹਨਾਂ ਨੂੰ ਕਹਿ ਦੇ ਕੇ ਤੈਨੂੰ ਬਣਾ ਦਿੰਦੇ ਅਸੀਂ, ਮੈਨੂੰ ਇਹ ਲੱਗਦਾ ਕਿ 22 ਦੀ ਇਲੈਕਸ਼ਨ ਜਿਹੜੀ ਆਏਗੀ ਨਾ, ਉਹ ਜਿਹਨੂੰ ਮਰਜ਼ੀ ਤੁਸੀਂ ਚੀਫ ਮਿਨਿਸਟਰ ਬਣਾ ਦਿਓ, ਜੇ ਇਹਨਾਂ ਹੀ ਕਾਨੂੰਨਾਂ, ਇਹਨਾਂ ਹੀ ਨਿਯਮਾਂ ਤਹਿਤ ਆਉਂਦਾ ਤਾਂ ਕੱਖ ਨਹੀਂ ਹੋਏਗਾ ਪੰਜਾਬ ਦਾ। ਕਿਸੇ ਨੂੰ ਵੀ ਬਣਾ ਦਿਓ, ਇੰਨੀ ਸੈਂਟਰਲਾਈਜੇਸ਼ਨ ਹੋ ਗਈ ਹੈ। ਪੰਜਾਬ ਡਫਲੀ ਲੈ ਕੇ ਮਤਲਬ ਫਿਰ ਰਿਹਾ ਹੈ ਤੇ ਮਿਹਨਤ ਤਰਲਾ ਕਰ ਰਿਹਾ ਹੈ ਤੇ ਉਹਦੀ ਕੋਈ ਪੁੱਛ ਨਹੀਂ ਰਿਹਾ ਤੇ ਕਿਸੇ ਨੇ ਕੁਝ ਨਹੀਂ ਕਰ ਸਕਣਾ। ਇਹ ਮਿਊਨਿਸਪੈਲਿਟੀ ਵਰਗੀ ਸਰਕਾਰ ਬਣੂਗੀ ਜਿਹੜੀ ਸਰਕਾਰ ਬਣਨੀ ਹੈ। ਇੱਕ ਤਾਂ 22 ਐਡਾ ਇੰਪੋਰਟੈਂਟ ਮੈਨੂੰ ਨਹੀਂ ਲੱਗਦਾ ਇਸ ਕਰਕੇ ਹੈ ਕਿ ਕੋਈ ਸਰਕਾਰ ਆ ਕੇ ਕਹੇ ਮੈਂ ਇਹਨੂੰ ਸੁਧਾਰ ਦਊਂਗੇ। ਹਾਂ, ਕੋਈ ਸਰਕਾਰ ਆ ਕੇ ਇਹ ਕਹੇ ਕਿ ਅਸੀਂ ਫੈਡਰਲਿਜ਼ਮ ਵੀ ਤੇ ਬਾਕੀ ਤਾਕਤਾਂ ਦੀ ਲੜਾਈ ਵੀ ਲੜਾਂਗੇ, ਆਹ ਸਾਡਾ ਏਜੰਡਾ ਹੈ। ਪਹਿਲਾਂ ਪੰਜਾਬ ਲਈ ਇੱਕ ਏਜੰਡਾ ਪ੍ਰਪੇਅਰ ਕਰਨ ਦਾ ਸਵਾਲ ਹੈ। ਕਿਸਾਨ ਜਥੇਬੰਦੀਆਂ ਘੱਟੋ ਘੱਟ ਇਹ ਕਰਨਾ ਚਾਹੀਦਾ। ਡਾਇਰੈਕਟੋ ਪਾਰਟੀ ਬਣਾਉਣ ਨਾ ਬਣਾਉਣ ਇਹ ਅਲੱਗ ਸਵਾਲ ਹੈ। ਪੰਜਾਬ ਦਾ ਫਿਊਚਰ ਕੀ ਹੈ, ਖੇਤੀ ਦੇ ਬਾਰੇ, ਰੁਜ਼ਗਾਰ ਦੇ ਬਾਰੇ, ਸਿੱਖਿਆ ਦੇ ਬਾਰੇ, ਸਿਹਤ ਦੇ ਬਾਰੇ, ਬਾਕੀ ਚੀਜ਼ਾਂ ਬਾਰੇ ਇੱਕ ਏਜੰਡਾ ਤਿਆਰ ਕਰਕੇ ਉਹਦਾ ਪ੍ਰਚਾਰ, ਏਜੰਡਾ ਤਾਂ ਫੋਕਸ ਕਰ ਦਿਓ ਨਾ। ਜਿਹੜਾ ਏਜੰਡਾ ਹੁਣ ਉਹ ਕਰ ਰਹੇ ਨੇ ਮੁੜ ਕੇ ਬੇਅਦਬੀ ਇਹ ਇਕੱਲਾ ਏਜੰਡੇ ਦੇ ਤੌਰ ਤੇ, ਕਿ ਉਹ ਇੱਕ ਭਾਵਨਾਤਮਕ ਏਜੰਡਾ, ਵੋਟਾਂ ਲੈ ਲਓ, ਕਿਸੇ ਨੇ ਪੁੱਛਣਾ ਨਹੀਂ, ਕਿਉਂਕਿ ਲੋਕਾਂ ਪ੍ਰਤੀ ਜਵਾਬਦੇਹੀ ਫਿਰ ਕੀ ਹੈ। ਘਰ ਘਰ ਰੁਜ਼ਗਾਰ
ਨਹੀਂ ਦਿੱਤਾ ਤਾਂ ਕੀ ਹੋ ਗਿਆ, ਕਰਜ਼ਾ ਮਾਫੀ ਸੀ ਨਹੀਂ ਕੀਤੀ ਤਾਂ ਕੀ ਹੋ ਗਿਆ, ਨਸ਼ੇ ਦਾ ਲੱਕ ਤੋੜਨਾ ਉਹ ਰਿਪੋਰਟਾਂ ਪੈਂਡਿੰਗ ਪਈਆਂ ਨੇ ਹਾਈ ਕੋਰਟ 'ਚ। ਹਰਪ੍ਰੀਤ ਸਿੱਧੂ ਵਾਲੀ ਵੀ ਪੈਂਡਿੰਗ ਪਈ ਹੈ ਤੇ ਚਟੋਪਾਧਿਆ ਵਾਲੀ ਸਿੱਧੀ ਪਈ ਹੈ। ਉਹ ਨਸ਼ਰ ਕਿਉਂ ਨਹੀਂ ਕਰਦੇ, ਕਿਹੜੇ ਬੰਦੇ ਉਹਦੇ 'ਚ ਵੱਡੇ ਮਗਰਮੱਛਾਂ ਦੇ ਨਾਮ ਦਿੱਤੇ ਹੋਏ ਨੇ, ਪਬਲਿਕ ਦੇ ਸਾਹਮਣੇ ਪਾਰਦਰਸ਼ੀ ਤਰੀਕੇ ਨਾਲ ਆਉਣੀਆਂ ਚਾਹੀਦੀਆਂ ਨੇ ਉਹ ਚੀਜ਼ਾਂ। ਉਹ ਜਿਹੜੀਆਂ ਚੀਜ਼ਾਂ ਨਹੀਂ ਕਰਦੇ ਤੇ ਏਜੰਡੇ ਦੇ ਤੌਰ ਤੇ ਤੁਹਾਡੇ ਗੁਆਂਢੀ ਦੇਸ਼ਾਂ ਨਾਲ ਅਪਰੋਚ ਇਹਨਾਂ ਨਾਲੋਂ ਵੱਖਰੀ ਕਿਵੇਂ ਹੋਏਗੀ, ਤੁਹਾਡਾ ਪਾਵਰ ਸਟਰਕਚਰ ਕਿਵੇਂ ਵੱਖਰਾ ਹੋਏਗਾ, ਤੁਸੀਂ ਕਿਵੇਂ ਕਰੋਗੇ, ਇਹ ਏਜੰਡਾ ਆਉਣਾ ਚਾਹੀਦਾ। ਤੇ ਇਸ ਏਜੰਡੇ ਦੇ ਵਿੱਚ ਪੈਦਾ ਹੋ ਕੇ ਤੇ ਕਦੇ ਨਾ ਕਦੇ ਮੈਨੂੰ ਤਾਂ ਇਹ ਲੱਗਦਾ ਕਿ ਜੇ ਕਿਸਾਨ ਅੰਦੋਲਨ ਚਾਹੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਪੋਲੀਟੀਕਲ ਨਹੀਂ ਹੈ, ਕੋਈ ਵੀ ਅੰਦੋਲਨ ਨਾਨ ਪੋਲੀਟੀਕਲ ਨਹੀਂ ਹੋ ਸਕਦਾ ਹੈ ਨਾ। ਹਰ ਅੰਦੋਲਨ ਦੀ ਆਪਣੀ ਇੱਕ ਸਿਆਸਤ ਹੁੰਦੀ ਹੈ। ਜਿਵੇਂ ਨਕਸਲੀ ਅੰਦੋਲਨ ਦੀ ਇੱਕ ਸਿਆਸਤ ਸੀ ਇੱਕ ਜ਼ਮਾਨੇ ਦੇ ਵਿੱਚ ਕਿ ਹਥਿਆਰਬੰਦ ਅੰਦੋਲਨ ਨਾਲ ਆਪਾਂ ਸੱਤਾ ਪਲਟਣੀ ਹੈ, ਤੇ ਉਹ ਕਿਸਾਨ ਅੰਦੋਲਨ ਹੀ ਸੀ, ਬੰਗਾਲ ਤੋਂ ਸ਼ੁਰੂ ਹੋਇਆ ਨਾ, ਪਰ ਉਹਦੀ ਇੱਕ ਸਿਆਸਤ ਸੀ। ਹੁਣ ਵਾਲੇ ਅੰਦੋਲਨ ਦੀ ਸਿਆਸਤ ਇਹ ਹੈ ਕਿ ਆਪਾਂ ਸ਼ਾਂਤਮਈ ਤਰੀਕੇ ਨਾਲ ਲੋਕਾਂ ਦੀ ਜਾਗਰੂਕਤਾ ਨਾਲ ਪਲਟਣਾ, ਜੋ ਵੀ ਪਲਟਣਾ, ਜੋ ਲਿਆਉਣਾ ਹੈ ਜੇ ਉਹ ਹੈ। ਪਰ ਪਲਟ ਕੇ ਕੀ ਕਰਨਾ ਹੈ, ਉਹ ਅੰਦੋਲਨ ਦੀ ਪੋਲਿਟਿਕਸ ਇਹ ਸੀ ਵੀ ਪਲਟ ਕੇ ਆਪਾਂ ਸਭ ਤੋਂ ਬਰਾਬਰ ਕਰਨਾ ਤੇ ਸਾਰਾ ਕੁਝ ਇਹ ਕਰਨਾ ਉਹ ਕਰਨਾ। ਇਸ ਅੰਦੋਲਨ ਨੂੰ ਇਸ ਗੱਲ ਤੇ ਤਾਂ ਚਰਚਾ ਕਰਨੀ ਪਏਗੀ, ਬਾਹਰ ਚਾਹੇ ਅਜੇ ਨਾ ਕਰਨ ਪਰ ਆਪਣੇ ਅੰਦਰ ਇੱਕ ਵਾਰ ਬਿਨਾਂ ਇਸ ਤੋਂ ਜਿਹੜਾ ਇਹ ਗੱਲ ਛੱਡਣੀ ਪਏਗੀ ਕਿ ਜੇ ਇੱਕ ਬੰਦੇ ਨੇ ਪਹਿਲਾਂ ਗੱਲ ਤੋਰੀ ਉਹ ਕਹਿਣਗੇ ਤਾਂ MLA ਬਣਨ ਨੂੰ ਫਿਰਦਾ, ਇਹ ਪਤਾ ਨਹੀਂ ਕੀ ਬਣਨ ਨੂੰ ਫਿਰਦਾ। ਸ਼ੁਰੂ ਤੋਂ ਲੈ ਕੇ ਕੋਈ MLA ਬਣਨਾ ਗੁਨਾਹ ਤਾਂ ਨਹੀਂ ਨਾ ਹੁੰਦਾ ਜੇ ਬਣ ਵੀ ਜਾਊਗਾ ਕੋਈ, ਹੋਰ ਹੀ ਬਣਦੇ ਨੇ ਬਥੇਰੇ ਇੱਧਰ ਉੱਧਰਲੇ ਕਰਪਟ ਬੰਦੇ ਤੇ ਦੂਜਾ ਵੀ ਬਣ ਜੂ ਤਾਂ ਕੀ ਹੈ। ਇਹ ਇਲਜ਼ਾਮ ਹੀ ਫਿਰ ਉਹ ਬੰਦਾ ਅੱਧੀ ਗੱਲ ਵਿੱਚ ਹੀ ਰੱਖ ਲੈਂਦਾ ਤੇ ਉਹ ਕਹਿੰਦਾ ਹੀ ਨਹੀਂ ਹੈ, ਜਿਹੜੀ ਜਦੋਂ ਤੁਸੀਂ ਪਹਿਲਾਂ ਹੀ ਦੂਸ਼ਣਬਾਜ਼ੀ ਤੇ ਸਟਾਰਟ ਕਰ ਦਿੰਦੇ ਹੋ। ਤੇ ਏਜੰਡੇ ਤੇ ਫੋਕਸ ਕਰਕੇ ਡਿਸਕਸ ਕਰਨਾ ਚਾਹੀਦਾ। ਜੇ ਕੋਈ ਕੋਲੈਕਟਿਵ ਤਰੀਕੇ ਦੀ ਪੋਲਿਟਿਕਸ ਔਰ ਆਰਗੇਨਾਈਜੇਸ਼ਨ ਬਿਲਡ ਹੁੰਦੀ ਹੋਵੇ ਬਾਈ 'ਚ ਤਾਂ ਉਹਦੇ ਵਰਗੀ ਰੀਸ ਨਹੀਂ ਹੈ। ਨਹੀਂ ਤਾਂ ਜੇ ਇਹਨਾਂ ਨੇ ਜਿੱਤਣਾ ਜਿਹੜੇ ਪਹਿਲਾਂ ਵੀ ਸੀ ਤੇ ਐਡੇ ਵੱਡੇ ਅੰਦੋਲਨ ਤੋਂ ਬਾਅਦ ਵੀ, ਫਿਰ ਅੰਦੋਲਨ ਦਾ ਅਸਰ ਅਧੂਰਾ ਹੈ ਮੇਰਾ ਖਿਆਲ ਹੈ। ਤੇ ਬਾਈ ਵੱਲ ਦੇ ਐਂਗਲ ਤੋਂ ਸੋਚਣਾ ਪਊਗਾ, ਪੋਲੀਟੀਕਲ ਅਸਰ ਵੀ ਦਿਖਾਈ ਦੇਣਾ ਚਾਹੀਦਾ ਉਸ ਮਾਮਲੇ ਦੇ ਵਿੱਚ। ਸੋ ਸ਼ੁਕਰੀਆ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਆਪਣੀਆਂ ਹੋਈਆਂ। ਸੋ ਦੋਸਤੋ ਅਖੀਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਬਾਈ ਬਾਰੇ ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਪਊਗਾ। ਤੇ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਗੱਲ ਜੋ ਉੱਭਰ ਕੇ ਸਾਹਮਣੇ ਆਈ ਆ ਕਿ ਅਖਲਾਕੀ ਤੌਰ ਤੇ ਜਿਹੜੇ ਲੋਕ ਉਹ ਜਿੱਤ ਚੁੱਕੇ ਨੇ। ਇਹਨਾਂ ਨੇ ਪਹਿਲਾਂ ਲਿਖਿਆ ਵੀ ਹਰਮੀਤ ਸਿੰਘ ਜੀ ਹੁਣਾਂ ਨੇ ਬਹੁਤ ਟਾਈਮ ਪਹਿਲਾਂ ਕਿ ਜਿਹੜਾ ਅਖਲਾਕੀ ਤੌਰ ਤੇ ਆ ਉਹ ਕਿਸਾਨ ਅੰਦੋਲਨ ਜਥੇਬੰਦੀਆਂ ਲੋਕ ਆ ਜਿਹੜੇ ਉਹ ਜਿੱਤ ਚੁੱਕੇ ਆ। ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤੁਸੀਂ ਆਪਣੇ ਜਿਹੜੇ ਸੁਝਾਅ ਏ ਉਹ ਸਾਡੇ ਤੱਕ ਜ਼ਰੂਰ ਪਹੁੰਚਾਓ। ਜੁੜੇ ਰਹੋ ਦੁਨੀਆ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।